ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦਿ ਕਰੂੰ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਧਰੂੰ ਚਰਨਾ ਸਿਰ ਜਾਉ ਸਦਾ ਗੁਰ ਕੈ ਬਲਿਹਾਰੀ। ਕਾਨ ਸੁਨੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮਹਿ ਧਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸ਼ਰਨ ਗਹੀ ਦਰਬਾਰੀ। ਇਹ ਮਨੋਰਥ ਮੇਰਾ ਪ੍ਰਭ ਜੀ ਇਹ ਮਨੋਰਥ ਮੇਰਾ। ਇਹ ਮਨੋਰਥ ਮੇਰਾ ਇਹ ਮਨੋਰਥ ਮੇਰਾ। ਮਨੋਰਥ ਮੇਰਾ ਪ੍ਰਭ ਜੀ ਇਹ ਮਨੋਰਥ ਮੇਰਾ। ਇਹ 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 ਮਨੋਰਥ ਮੇਰਾ ਇਹ ਮਨੋਰਥ ਮੇਰਾ। ਇਹ ਮਨੋਰਥ ਮੇਰਾ ਪ੍ਰਭ ਜੀ 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 ਇਹ ਮਨੋਰਥ ਮੇਰਾ। ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹਿ ਦੀਜੈ। ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਹਿ ਕਾਲ ਲੱਗਉ ਜਨ ਚਰਨੀ। ਨਿਸ ਬਾਸੁਰ ਦਰਸ ਪਾਵਉ ਤਨ ਮਨ ਅਰਪ ਕਰਉ ਜਨ ਸੇਵਾ। ਰਸਨਾ ਹਰ ਗੁਣ ਗਾਵਉ ਸਾਸ ਸਾਸ ਸਿਮਰਉ ਪ੍ਰਭ ਆਪਣਾ। ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੇਰਾ। ਏਕ ਆਧਾਰ ਨਾਮ ਧਨ ਮੋਰਾ ਆਨੰਦ ਨਾਨਕ ਇਹ ਲਹੀਐ। ਤੁਰ ਜਾਈਏ ਨਾ ਜਹਾਨੋਂ ਖਾਲੀ ਨਾਮ ਦਾਨ ਬਖਸ਼ੀ ਮਾਲਕਾ। ਤੁਰ ਜਾਈਏ ਨਾ ਜਹਾਨੋਂ ਨਾਮ ਦਾਨ ਬਖਸ਼ੀ ਮਾਲਕਾ। ਤੁਰ ਜਾਈਏ ਨਾ ਜਹਾਨੋਂ ਖਾਲੀ ਨਾਮ ਦਾਨ ਬਖਸ਼ੀ ਮਾਲਕਾ। ਤੁਰ ਜਾਈਏ ਨਾ ਜਹਾਨੋਂ ਖਾਲੀ ਨਾਮ ਦਾਨ ਬਖਸ਼ੀ ਮਾਲਕਾ। ਜਾਈਏ ਨਾ ਜਹਾਨੋਂ ਖਾਲੀ ਨਾਮ ਦਾਨ ਬਖਸ਼ੀ ਮਾਲਕਾ। ਜਹਾਨੋਂ ਖਾਲੀ ਨਾਮ ਦਾਨ ਬਖਸ਼ੀ ਮਾਲਕਾ। ਤੁਰ ਜਾਈਏ ਨਾ ਜਹਾਨੋਂ ਖਾਲੀ ਜੀ ਜਹਾਨੋਂ
दान बख्शी मालिका ਤੁਰ ਜਾਈਏ ਨਾ जहानों खाली नाम दान बख्शी मालिका तुर जाइए ना जहानों खाली नाम दान बख्शी मालिका ਹਰੇ ਜੀ ਨਾਮ ਦਾਨ ਬਖਸ਼ੀ ਮਾਲਕ ਪਿਆਰਿਆ ਨਾਮ ਦਾਨ ਬਖਸ਼ੀ ਮਾਲਕ नाम दान बख्शी मालिका प्यारिया नाम दान बख्शी मालिका प्यारी जी नाम दान बख्शी मालिका प्यारिया नाम दान बख्शी मालिका ਤੁਰ ਜਾਈਏ ਨਾ ਜਹਾਨੋਂ ਖਾਲੀ ਨਾਮ ਦਾਨ ਬਖਸ਼ੀ ਤੁਰ ਜਾਈਏ ਨਾ ਜਹਾਨੋਂ ਖਾਲੀ ਨਾਮ ਦਾਨ ਬਖਸ਼ੀ ਮਾਲਕਾ तुर जाइए ना जहानों खाली नाम दान बख्शी मालिका तुर जाइए ना जहानों खाली नाम दान बख्शी मालिका ਤੁਰ ਜਾਈਏ ਨਾ ना जहानों खाली नाम दान बख्शी मालिका तुर जाइए ना जहानों खाली नाम दान बख्शी मालिका ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾ ਕਮਲਾਂ ਦਾ ਧਿਆਨ ਧਰੋ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਸਤਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਵ ਗੰਧਾਰੀ ਰਾਗ ਦੇ ਅੰਦਰ ਆਪਾਂ ਨੂੰ ਬੇਨਤੀ ਕਰਨੀ ਸਿਖਾਉਂਦੇ ਨੇ, ਪ੍ਰਭ ਇਹ ਹੈ ਮਨੋਰਥ ਮੇਰਾ। हे ਵਾਹਿਗੁਰੂ, हे ਅਕਾਲ ਪੁਰਖ, ਮੇਰਾ ਇਹ ਮਨੋਰਥ ਹੈ, ਮੇਰੀ ਇਹ ਇੱਛਾ ਹੈ, ਮੇਰਾ ਇਹ ਟੀਚਾ ਹੈ, ਮੇਰੀ ਇਹ ਤਾਂਘ ਹੈ। ਕਿਰਪਾ ਨਿਧਾਨ ਦਇਆਲ ਮੋਹਿ ਦੀਜੈ, ਕਰ ਸੰਤਨ ਕਾ ਚੇਰਾ। ਕੀ ਮੰਗਿਆ ਹੈ ਕਿ हे ਕਿਰਪਾ ਦੇ ਖਜ਼ਾਨੇ, हे ਦੀਨਾ ਬੰਧੂ ਦਇਆਲ ਪਰਮੇਸ਼ਰ, ਕਿਰਪਾ ਕਰਕੇ ਮੈਨੂੰ ਇਹ ਦਾਨ ਬਖਸ਼, ਕਰ ਸੰਤਨ ਕਾ ਚੇਰਾ, ਵੀ ਮੈਂ ਤੇਰੇ ਪਿਆਰਿਆਂ ਦਾ ਸੇਵਕ ਬਣ ਕੇ ਰਹਾਂ, ਮੈਂ ਤੇਰੇ ਪਿਆਰਿਆਂ ਦਾ ਸੇਵਕ ਬਣ ਕੇ ਰਹਾਂ। ਤੇਰੇ ਸੰਤਾਂ ਦੀ, ਤੇਰੇ ਸਾਧੂਆਂ ਦੀ ਮੈਨੂੰ ਸੇਵਾ ਬਖਸ਼ ਦੇ, ਕਰ ਸੰਤਨ ਕਾ ਚੇਰਾ। ਹੋਰ ਕੀ ਮੰਗਿਆ ਹੈ? ਪ੍ਰਾਤਹਿ ਕਾਲ ਲਾਗੋਂ ਜਨ ਚਰਨੀ, ਨਿਸ ਬਾਸੁਰ ਦਰਸ ਪਾਵਾ। ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਦਿਓ, ਅੰਮ੍ਰਿਤ ਵੇਲੇ ਮੈਂ ਤੇਰੇ ਪਿਆਰਿਆਂ ਦੇ ਚਰਨੀ ਲੱਗਾ, ਨਿਸ ਬਾਸੁਰ ਦਰਸ ਪਾਵਾ। ਤੇ ਤੇਰੇ ਪਿਆਰਿਆਂ ਦਾ ਦਿਨ ਰਾਤ ਮੈਂ ਦਰਸ਼ਨ ਕਰਦਾ ਰਹਾਂ, ਤੇਰੇ ਪਿਆਰਿਆਂ ਦਾ ਦੀਦਾਰ ਹੁੰਦਾ ਰਹੇ। ਤਨ ਮਨ ਅਰਪ ਕਰਉ ਜਨ ਸੇਵਾ, ਰਸਨਾ ਹਰ ਗੁਣ ਗਾਵਾ। ਆਪਣਾ ਸਰੀਰ, ਆਪਣਾ ਮਨ ਭੇਟਾ ਕਰ ਦੇਵਾਂ ਤੇ ਨਿਰਮਾਣ ਹੋ ਕੇ, ਨਿਸ਼ਕਾਮ ਹੋ ਕੇ ਤੇਰੇ ਸੰਤ ਜਨਾਂ ਦੀ ਸੇਵਾ ਕਰਦਾ ਰਹਾਂ। ਰਸਨਾ ਹਰ ਗੁਣ ਗਾਵਾਂ, ਤੇ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ। ਜਿਸ ਵਾਸਤੇ ਇਹ ਸਰੀਰ ਮਿਲਿਆ, ਇਹ ਦੇਹੀ ਮਿਲੀ ਹੈ। ਆਪਣੇ ਆਪ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਬੜੇ ਕਾਰਜ ਕਰਦੇ ਹਾਂ, ਬੜੇ ਕੰਮ ਕਰਦੇ ਹਾਂ। ਸਮਾਜ ਵਿੱਚ ਵਿਚਰਦਿਆਂ ਹੋਇਆਂ ਸਾਡਾ ਸਭਨਾਂ ਦਾ ਇੱਕ ਖਿਆਲ ਪਰਪੱਕ ਹੋਇਆ ਹੁੰਦਾ ਹੈ ਵੀ ਜਿਹੜੀ ਸਮਝ ਮੈਨੂੰ ਹੈ, ਜਿਹੜੀ ਸੋਝੀ ਮੈਨੂੰ ਹੈ, ਉਹ ਦੂਜੇ ਨੂੰ ਨਹੀਂ ਹੁੰਦੀ। ਜਿਸ ਗੱਲ ਨੂੰ ਜਿੰਨੀ ਵਿਚਾਰ ਦੇ ਨਾਲ ਮੈਂ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਪਰ ਮਹਾਰਾਜ
ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲੀ ਅਕਲਮੰਦ ਅਸਲੀ ਸਿਆਣਾ ਕੌਣ ਹੈ? ਜਿਹਨੇ ਆਪਣੇ ਜੀਵਨ ਦਾ ਮਨੋਰਥ ਸਿੱਧ ਕਰ ਲਿਆ, ਜਿਹਨੇ ਆਪਣੇ ਜੀਵਨ ਦਾ ਅਸਲ ਟੀਚਾ ਸਰ ਕਰ ਲਿਆ ਹੋਵੇ। ਅਸਲੀ ਸਿਆਣਾ ਉਹ ਹੈ। ਭਾਈ ਗੁਰਦਾਸ ਜੀ ਦਾ ਇੱਕ ਸਵਈਆ ਇਸ ਪ੍ਰਥਾਏ ਬਹੁਤ ਸੁੰਦਰ ਬਚਨ ਨੇ। ਕਹਿੰਦੇ ਬਨਜ ਵਿਹਾਰ ਵਿਖੇ ਰਤਨ ਪਾਰਖ ਹੋਏ। ਸੰਸਾਰ ਦਾ ਕੋਈ ਵਪਾਰੀ ਹੋਵੇ, ਰਤਨਾਂ ਦਾ ਪਾਰਖੂ ਹੋਵੇ, ਐ ਇੱਕ ਅੱਖ ਨਾਲ ਮਾੜਾ ਜਿਹਾ ਵੇਖ ਕੇ ਦੱਸ ਦੇਵੇ ਵੀ ਇਹ ਹੀਰਾ, ਇਹ ਲਾਲ ਕਿੰਨਾ ਕੁ ਕੀਮਤੀ। ਐਸਾ ਕੋਈ ਜੌਹਰੀ ਹੋਵੇ ਜਿਸ ਦੀ ਪਰਖ ਨੂੰ, ਜਿਸ ਦੀ ਅਕਲ ਨੂੰ, ਜਿਸ ਦੀ ਸਿਆਣਪ ਨੂੰ, ਜਿਸ ਦੀ ਚਤੁਰਾਈ ਨੂੰ ਜੱਗ ਮੰਨਦਾ ਹੋਵੇ, ਉਹਦੀ ਸਭਾ ਵਾਲੇ ਮੰਨਦੇ ਹੋਣ ਵੀ ਵਾਕਈ ਹਾਂ ਇਹ ਬਹੁਤ ਸਿਆਣਾ ਜੌਹਰੀ ਪਾਰਖੂ ਹੈ। ਪਰ ਕਹਿੰਦੇ ਰਤਨ ਜਨਮ ਕੀ ਪ੍ਰੀਖਿਆ ਨਹੀਂ ਪਾਈ ਹੈ। ਇਹੋ ਜਿਹਾ ਪਾਰਖੂ ਬੰਦਾ ਜਿਹੜਾ ਹੀਰਿਆਂ ਨੂੰ ਪਰਖਦਾ, ਲਾਲਾਂ ਨੂੰ ਪਰਖਦਾ ਹੈ, ਪਰ ਉਹਨੇ ਆਪਣੇ ਅਮੋਲਕ ਰਤਨ ਜਨਮ ਦੀ ਪ੍ਰੀਖਿਆ ਨਾ ਕੀਤੀ, ਪਰਖ ਨਾ ਕੀਤੀ। ਉਹਦੀ ਪਰਖ ਕਰਕੇ ਉਹਦੀ ਕੀਮਤ ਨੂੰ ਨਾ ਪਹਿਚਾਣਿਆ ਤਾਂ ਕਹਿੰਦੇ ਫਿਰ ਹੋਰ ਚਤੁਰਾਈਆਂ, ਹੋਰ ਸਿਆਣਪਾਂ, ਹੋਰ ਲਾਲਾਂ ਹੀਰਿਆਂ ਦੀ ਪਰਖ ਕੀਤੀ ਹੋਈ ਉਹਦੀ ਕਿਸੇ ਕੰਮ ਨਹੀਂ ਆਉਣੀ, ਕਿਉਂਕਿ ਉਹਨੇ ਅਸਲੀ ਹੀਰਾ ਤੇ ਪਛਾਣਿਆ ਹੀ ਨਹੀਂ। ਉੱਦਾਂ ਜਿੱਡਾ ਵੱਡਾ ਮਰਜ਼ੀ ਉਹ ਸਾਧ ਸੰਗ ਜੀ ਵਪਾਰੀ ਬਣਿਆ ਹੋਵੇ, ਲਾਲਾਂ ਦਾ, ਹੀਰਿਆਂ ਦਾ, ਰਤਨਾਂ ਦਾ ਪਾਰਖੂ ਬਣਿਆ ਹੋਵੇ, ਜੇ ਇਹ ਜੀਵਨ ਦੀ ਪਰਖ ਨਾ ਕੀਤੀ ਤੇ ਜਿਹਨੇ ਜੀਵਨ ਦੀ ਪਰਖ ਕਰ ਲਈ ਉਹੀ ਅਸਲੀ ਪਾਰਖੂ ਹੈ। ਲੇਖੇ ਚਿੱਤਰ ਗੁਪਤ ਸੇ ਲੇਖਕ ਲਿਖਾਰੀ ਭਏ। ਹੁਣ ਕਈ ਲੇਖਾ ਪਤਾ ਕਰਨ ਵਾਲੇ ਜਿਨ੍ਹਾਂ ਨੂੰ ਮੁਨੀਮ ਵੀ ਕਹਿੰਦੇ ਨੇ, ਹਿਸਾਬੀਏ ਵੀ ਕਹਿੰਦੇ ਨੇ, ਲੇਖੇ ਪੱਤੇ ਵਿੱਚ ਤਾਂ ਇੱਕ ਇੱਕ ਪੈਸੇ ਦਾ ਹਿਸਾਬ ਕਰ ਲੈਂਦੇ ਨੇ ਕਈ, ਇੱਕ ਇੱਕ ਪੈਸੇ ਦਾ। ਅੱਜ ਦੀ ਭਾਸ਼ਾ ਦੇ ਵਿੱਚ ਜੇ ਜਿਨ੍ਹਾਂ ਨੂੰ ਚਾਰਟਰਡ ਅਕਾਊਂਟੈਂਟ ਕਹਿੰਦੇ ਨੇ, ਚਾਰਟਰਡ ਅਕਾਊਂਟੈਂਟ, CA ਸੌਖਾ ਜਿਹਾ ਲਫ਼ਜ਼ ਵਰਤ ਲੈਂਦੇ ਨੇ। ਉਹ ਜਦੋਂ ਲੇਖਾ ਹਿਸਾਬ ਕਰਦੇ ਨੇ ਨਾ ਜੀ, ਇੰਨੇ ਜਮ੍ਹਾਂ ਹੋਏ ਨੇ, ਇੰਨੇ ਖਰਚ ਹੋਏ ਨੇ, ਉਹ ਪੂਰਾ ਐਨ ਇੱਕ ਇੱਕ ਪੈਸੇ ਦਾ ਹਿਸਾਬ ਕਰ ਲੈਂਦੇ ਨੇ। ਕਹਿੰਦੇ ਲੇਖਾ ਲਿਖਣ ਦੇ ਵਿੱਚ ਤੇ ਚਿੱਤਰਗੁਪਤ ਨੂੰ ਵੀ ਪਿੱਛੇ ਛੱਡ ਜਾਂਦੇ ਨੇ ਇਹੋ ਜਿਹੇ। ਪਰ ਜੇ ਆਪਣੇ ਕਰਮਾਂ ਦਾ ਲੇਖਾ ਨਾ ਲਿਖ ਸਕੇ, ਜਨਮ ਮਰਨ ਕੀ ਅਸੰਕਾ ਨਾ ਮਿਟਾਈ ਹੈ, ਹੋਰ ਬਾਕੀ ਲੇਖੇ ਲਿਖੀ ਗਏ, ਆਪਣੇ ਕਰਮਾਂ ਦਾ ਲੇਖਾ ਨਾ ਲਿਖਿਆ, ਆਪਣੇ ਕਰਮਾਂ ਦਾ ਹਿਸਾਬ ਨਾ ਲਿਖਿਆ, ਆਪਣੇ ਕਰਮਾਂ ਦਾ ਹਿਸਾਬ ਲਿਖ ਕੇ ਤੇ ਵਾਧਾ ਘਾਟਾ ਨਾ ਕੱਢਿਆ, ਤੇ ਫਿਰ ਕਹਿੰਦੇ ਉਹਨਾਂ ਦੇ ਲੇਖੇ ਲਿਖਿਆਂ ਦਾ ਕੀ ਫਾਇਦਾ? ਐਡੇ ਵੱਡੇ ਲਿਖਾਰੀ ਵੀ ਬਣੇ, ਕੀ ਫਾਇਦਾ ਹੋਇਆ? ਵੀਰ ਵਿਦਿਆ ਮਹਾਬਲੀ ਭਏ ਹੈ ਧਨੁਖ ਧਾਰੀ। ਕੋਈ ਵਿਦਿਆ ਜਾਣਦਾ ਹੋਵੇ, ਸ਼ਸਤਰ ਵਿਦਿਆ, ਬੜੇ ਬੜੇ ਸੂਰਮਿਆਂ ਨੂੰ, ਬੜੇ ਬੜੇ ਯੋਧਿਆਂ ਨੂੰ ਉਹਨੇ ਫਤਿਹ ਕੀਤਾ ਹੋਵੇ, ਬੜੇ ਬੜੇ ਸੂਰਮੇ, ਬੜੇ ਬੜੇ ਯੋਧੇ ਉਹਨੇ ਫਤਿਹ ਕੀਤੇ ਹੋਏ। ਪਰ ਸਾਧ ਸੰਗਤ ਜੀ ਕਹਿੰਦੇ ਜੇ ਹਉਮੈ ਮਾਰ ਸਕੀ ਨਾ ਸਹਿਜ ਲਿਵ ਲਾਈ ਹੈ, ਹਉਮੈ ਹੰਕਾਰ ਨਾ ਮਾਰ ਸਕਿਆ ਹੋਵੇ ਤੇ ਕਹਿੰਦੇ ਇਹੋ ਜਿਹੇ ਦੀ ਵਿਦਿਆ ਦਾ, ਇਹੋ ਜਿਹੇ ਦੇ ਸ਼ਸਤਰਧਾਰੀ ਦੀ, ਸ਼ਸਤਰਾਂ ਦੀ ਜਾਣਕਾਰੀ ਦੀ, ਕਲਾ ਦਾ ਕੀ ਲਾਭ ਹੋਇਆ ਜੇ ਆਪਣੇ ਹੰਕਾਰ ਨੂੰ ਹੀ ਖਤਮ ਨਾ ਕਰ ਸਕਿਆ, ਆਪਣੇ ਹੰਕਾਰ ਨੂੰ ਹੀ ਨਾ ਖਤਮ ਕੀਤਾ। ਹੁਣ ਆਖਰੀ ਪੰਕਤੀ 'ਚ ਕਹਿੰਦੇ ਨੇ ਪੂਰਨ ਬ੍ਰਹਮ ਗੁਰਦੇਵ ਸੇਵ ਕਲੀ ਕਾਲ, ਮਾਇਆ ਮੈਂ ਉਦਾਸੀ ਗੁਰਸਿੱਖਨ ਜਤਾਈ ਹੈ। ਤਾਂ ਤੇ ਕਲੀ ਕਾਲ, ਕਲਯੁਗ ਦੇ ਵਿੱਚ ਰਹਿੰਦਿਆਂ ਹੋਇਆਂ ਮਹਾਰਾਜ ਦਾ ਜਿਹੜਾ ਸੇਵਕ ਹੈ, ਮਹਾਰਾਜ ਦਾ ਜਿਹੜਾ ਸਿੱਖ ਹੈ, ਮਹਾਰਾਜ ਦਾ ਜਿਹੜਾ ਪਿਆਰਾ ਹੈ, ਉਹਨੂੰ ਮਹਾਰਾਜ ਜੀ ਨੇ ਇਹੀ ਸਮਝਾਇਆ ਹੈ ਵੀ ਬਾਕੀ ਸਾਰੇ ਕੁਝ ਦੇ ਵਿੱਚ ਵੀ ਪਰਵਿਰਤ ਹੁੰਦਿਆਂ ਹੋਇਆਂ ਇੱਕ ਪਰਮਾਤਮਾ ਦਾ ਆਰਾਧਨ ਜ਼ਰੂਰ ਕਰਨਾ। ਬਾਕੀ ਸਾਰੇ ਕੰਮ ਤੁਹਾਨੂੰ ਆਉਂਦੇ ਹੋਣ, ਬਾਕੀ ਸਾਰੇ ਕੰਮਾਂ ਦੇ ਵਿੱਚ ਤੁਸੀਂ ਪ੍ਰਵੀਨ ਹੋਵੋ, ਬਾਕੀ ਸਾਰੇ ਕੰਮਾਂ ਦੇ ਵਿੱਚ ਤੁਸੀਂ ਬਹੁਤ ਉਸਤਾਦ ਬਣੇ ਹੋਵੋ, ਪਰ ਜੇ ਤੁਹਾਨੂੰ ਪਰਮੇਸ਼ਰ ਨਾਲ ਪ੍ਰੇਮ ਕਰਨਾ ਨਾ ਆਇਆ ਤਾਂ ਫਿਰ ਤੁਹਾਡਾ ਹੋਰ ਸਭ ਕੁਝ ਜਾਣਿਆ ਹੋਇਆ ਵਿਅਰਥ ਚਲਿਆ ਜਾਣਾ। ਗੁਰੂ
ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਨਾ ਜੀ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਭਜਨ ਨਾ ਕੀਤਾ, ਸਿਮਰਨ ਨਾ ਕੀਤਾ, ਫਿਰ ਸਾਰਾ ਕੁਝ ਹੀ ਬਿਰਥਾ ਹੈ। ਤੋ ਇਸ ਪ੍ਰਕਾਰ ਬਾਕੀ ਸਾਰਾ ਕੁਝ ਸਿੱਖਿਆ ਹੋਇਆ ਤੇਰਾ ਸਫਲਾ ਹੈ ਤਾਂ ਜੇ ਤੂੰ ਬੰਦਗੀ ਕਰਦਾ ਹੈ, ਜੇ ਤੂੰ ਸਿਮਰਨ ਕਰਦਾ ਹੈ। ਤੇ ਜੇ ਸਿਮਰਨ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੀ ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਗੁਰਾਂ ਨਾਲ ਪਿਆਰ ਨਹੀਂ, ਗੁਰਾਂ ਨਾਲ ਪਿਆਰ ਨਹੀਂ, ਗੁਰਾਂ ਨਾਲ ਪਿਆਰ ਜੀ ਦਾ, ਗੁਰਾਂ ਨਾਲ ਪਿਆਰ ਨਹੀਂ, 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 ਗੁਰਾਂ ਨਾਲ ਪਿਆਰ ਨਹੀਂ। ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ, ਮੁਰਦਾ ਜਾਣੋ ਸਿੱਖ ਜੀ ਦਾ ਗੁਰਾਂ ਨਾਲ ਪਿਆਰ ਨਹੀਂ। ਸੋ ਮਹਾਰਾਜ ਉਹਨੂੰ ਜਿਉਂਦਿਆਂ ਵਿੱਚ ਨਹੀਂ ਗਿਣਦੇ, ਉਹਨੂੰ ਮਰਿਆਂ ਵਿੱਚ ਗਿਣਦੇ ਨੇ। ਜਿਹਦਾ ਪ੍ਰਮਾਤਮਾ ਨਾਲ ਪਿਆਰ ਨਹੀਂ ਹੈ, ਜਿਹੜਾ ਭਜਨ ਬੰਦਗੀ ਨਹੀਂ ਕਰਦਾ, ਉਹ ਕਿਤਨੇ ਵੀ ਗੁਣਾਂ ਵਾਲਾ ਹੋਵੇ। ਤੋ ਸਾਧ ਸੰਗਤ ਜੀ, ਅੱਜ ਇੱਕ ਐਸੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ, ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਣਾ ਕੀਤਾ। ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਕੋਈ ਮਾਣ ਨਹੀਂ ਹੈ ਇਸ ਜੀਵਨ ਦਾ, ਕੋਈ ਪਤਾ ਨਹੀਂ ਕਿਹੜੇ ਵੇਲੇ ਉਜੜੇ ਪੈ ਜਾਣਾ, ਕਿਹੜੇ ਵੇਲੇ ਕੁਰਾਹੇ ਪੈ ਜਾਣਾ। ਕੁਰਾਹੇ ਪਿਆ ਹੋਇਆ ਜ਼ਿੰਦਗੀ ਬਰਬਾਦੀ ਵਾਲੇ ਰਸਤੇ ਨੂੰ ਤੁਰ ਪੈਂਦੀ ਹੈ। ਕੋਈ ਸਮਾਂ ਬਣ ਜਾਏ, ਸਬੱਬ ਬਣ ਜਾਏ ਕਿਸੇ ਸੰਤ ਪੁਰਖ ਦਾ, ਸਾਧੂ ਦਾ, ਗੁਰਮੁਖ ਦਾ, ਸਿੱਧੇ ਰਾਹੇ ਪਾਉਣ ਵਾਲੇ ਦਾ ਮੇਲਾ ਹੋ ਜਾਏ, ਮਿਲਾਪ ਹੋ ਜਾਏ, ਤੇ ਉਹ ਜੀਵਨ ਨੂੰ ਤਬਦੀਲ ਕਰ ਦਿੰਦਾ ਹੈ। ਤੇ ਗੁਰਮੁਖੋ, ਗਨਕਾ ਜੀ ਦਾ ਅਸਲੀ ਨਾਮ ਚੰਦਰਮਣੀ ਸੀ। ਇਹ ਵੀ ਆਪਣੇ ਮਨ ਦੇ ਆਖੇ ਲੱਗ ਕੇ ਵਿਕਾਰਾਂ ਦੇ ਵਿੱਚ ਫਸੀ ਹੋਈ ਸੀ। ਪਰਮਾਤਮਾ ਨੇ ਸੁੰਦਰ ਸਰੂਪ ਬਖਸ਼ਿਆ ਹੋਇਆ ਹੈ, ਸੁੰਦਰ ਸਰੂਪ ਦਿੱਤਾ ਹੋਇਆ ਹੈ, ਤੇ ਜਿਹੜੇ ਵਿਸ਼ਈ ਲੋਕ ਨੇ, ਵਿਕਾਰੀ ਲੋਕ ਨੇ, ਉਹ ਇਹਦਾ ਨਾਚ ਗਾਣਾ ਵੇਖਣ ਆਉਂਦੇ ਆ, ਔਰ ਵਿਸ਼ੇ ਭਾਵਨਾ ਦਾ ਇਹਦਾ ਘਰ ਜਿਹੜਾ ਹੈ ਉਹ ਅੱਡਾ ਬਣ ਚੁੱਕਾ ਹੈ। ਸਮਾਂ ਬੀਤਦਾ ਜਾਂਦਾ। ਇੱਕ ਦਿਨ ਐਸਾ ਸਮਾਂ ਆਇਆ, ਮਾੜੀ ਮਾੜੀ ਬਾਰਿਸ਼ ਪੈ ਰਹੀ ਹੈ। ਇਹ ਆਪਣੇ ਚੁਬਾਰੇ ਵਿੱਚ ਬੈਠੀ ਬਾਰੀ ਵਿੱਚ ਹੀ ਬਾਹਰ ਨੂੰ ਵੇਖ ਰਹੀ ਹੈ ਕਿ ਇੱਕ ਮਹਾਤਮਾ ਤੁਰੇ ਜਾਂਦੇ। ਪਹਿਲਾਂ ਬਾਰਿਸ਼ ਮੱਧਮ ਮੱਧਮ ਪੈ ਰਹੀ ਸੀ ਤੇ ਫਿਰ ਇੱਕਦਮ ਬਾਰਿਸ਼ ਤੇਜ਼ ਹੋ ਗਈ। ਮਹਾਂਪੁਰਸ਼ ਇਹਦੇ ਘਰ ਅੱਗਿਓਂ ਲੰਘਣ ਲੱਗੇ। ਇਹਦੇ ਘਰ ਦੇ ਬਾਹਰਲੇ ਪਾਸੇ ਕੁਝ ਬਰਾਂਡਾ ਸੀ। ਮਹਾਂਪੁਰਖ ਉੱਥੇ ਖੜ ਗਏ ਬਾਰਿਸ਼ ਤੋਂ ਬਚਣ ਵਾਸਤੇ। ਹੁਣ ਉੱਪਰੋਂ ਬਾਰੀ ਦੇ ਵਿੱਚੋਂ, ਤਾਕੀ ਦੇ ਵਿੱਚੋਂ ਇਹ ਚੰਦਰਮਣੀ ਦੇਖ ਰਹੀ ਸੀ। ਦੂਰੋਂ ਦੇਖਿਆ, ਸੰਤਾਂ ਦਾ ਦਰਸ਼ਨ ਦੂਰੋਂ ਜਦ ਕੀਤਾ ਇਹਨੇ,
ਤਾਂ ਇਹਦੇ ਅੰਦਰ ਇੱਕਦਮ ਖਿਆਲ ਆਇਆ ਵੀ ਅੱਜ ਤੱਕ ਮੇਰੇ ਬੂਹੇ ਦੇ ਉੱਤੇ ਬਹੁਤ ਲੋਕ ਆਏ ਨੇ, ਕੋਈ ਗਿਣਤੀ ਨਹੀਂ ਹੈ, ਪਰ ਉਹਨਾਂ ਲੋਕਾਂ ਦਾ ਤੇ ਇਹਨਾਂ ਸੰਤਾਂ ਦਾ ਆਉਣ ਦਾ ਬਹੁਤ ਫਰਕ ਹੈ। ਵਿਕਾਰੀ ਲੋਕ ਬੜੇ ਆਏ ਨੇ, ਕਾਮੀ ਲੋਕ ਬੜੇ ਆਏ ਨੇ, ਰਸਗੇ ਲੋਕ ਬੜੇ ਆਏ ਨੇ, ਪਰ ਪ੍ਰਮਾਤਮਾ ਨਾਲ ਜੁੜਿਆ ਹੋਇਆ ਅੱਜ ਪਹਿਲੀ ਵਾਰੀ ਕੋਈ ਇੱਥੇ ਆਇਆ। ਇੱਥੇ ਆਇਆ ਨਹੀਂ, ਪਰਮੇਸ਼ਰ ਨੇ ਭੇਜ ਦਿੱਤਾ ਹੈ। ਤੇ ਚੰਦਰਮਣੀ ਤੇਰੇ ਭਾਗ ਚੰਗੇ ਐ ਵੀ ਮਹਾਂਪੁਰਖ ਤੇਰੇ ਦਵਾਰ ਤੇ ਆਏ ਐ। ਸਾਰੀ ਜ਼ਿੰਦਗੀ 'ਚ ਕਰਮ ਬੜੇ ਕੀਤੇ ਨੇ, ਪਰ ਉਹ ਕਰਮ ਕਾਹਦੇ ਨੇ? ਉਹ ਤਾਂ ਪਾਪਾਂ ਦੇ ਖੇਤ ਬੀਜੇ ਐ। ਅੱਜ ਕੋਈ ਮਹਾਤਮਾ ਤੇਰੇ ਬੂਹੇ ਅੱਗੇ ਆਏ ਐ ਔਰ ਬਾਰਿਸ਼ ਪੈ ਰਹੀ ਹੈ, ਮਹਾਂਪੁਰਸ਼ਾਂ ਦੇ ਬਸਤਰ ਵੀ ਭਿੱਜੇ ਹੋਏ ਨੇ। ਤੈਨੂੰ ਅੱਜ ਸੇਵਾ ਕਰਨ ਦਾ ਮੌਕਾ ਪ੍ਰਮਾਤਮਾ ਨੇ ਦੇ ਦਿੱਤਾ। ਤੇਰੇ ਤੇ ਤਰਸ ਕਰ ਲਿਆ ਰੱਬ ਨੇ, ਤੇਰੇ ਤੇ ਤਰਸ ਕਰ ਲਿਆ ਪ੍ਰਮਾਤਮਾ ਨੇ, ਤੇ ਤੂੰ ਸੰਤਾਂ ਦੀ ਸੇਵਾ ਕਰ ਲੈ। ਏਦਾਂ ਅੰਦਰ ਸੋਚਦੀ ਹੋਈ ਹੇਠਾਂ ਨੂੰ ਪੌੜੀਆਂ ਉਤਰਦੀ ਐ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ, ਤੈਂ ਪਾਪਾਂ ਵਾਲੇ ਖੇਤ ਬੀਜ ਲਏ। ਬੀਜੀ ਨਾ ਧਰਮ ਵਾਲੀ, ਪਾਪਾਂ ਵਾਲੇ ਖੇਤ ਬੀਜ ਲਏ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਪਾਪਾਂ ਵਾਲੇ ਜੀ ਖੇਤ ਬੀਜ ਲਏ। ਪਾਪਾਂ ਵਾਲੇ ਜੀ ਖੇਤ ਬੀਜ ਲਏ। ਪਾਪਾਂ ਵਾਲੇ ਜੀ ਖੇਤ ਬੀਜ ਲਏ। ਪਾਪਾਂ ਵਾਲੇ ਖੇਤ ਬੀਜ ਲਏ। ਪਾਪਾਂ ਵਾਲੇ ਜੀ ਖੇਤ ਬੀਜ ਲਏ। ਪਾਪਾਂ ਵਾਲੇ ਖੇਤ ਬੀਜ ਲਏ। ਐ ਕੋਈ ਬੀਜੀ ਨਾ ਧਰਮ ਵਾਲੀ, ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਬੀਜੀ ਨਾ ਧਰਮ ਵਾਲੀ, ਪਾਪਾਂ ਵਾਲੇ ਖੇਤ ਬੀਜ ਲਏ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਕੋਈ ਬੀਜੀ ਨਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਪਾਪਾਂ ਦੇ ਖੇਤ ਬੀਜ ਲਏ, ਪਰ ਕੋਈ ਧਰਮ ਦੀ ਇੱਕ ਕਿਆਰੀ ਵੀ ਨਹੀਂ ਬੀਜ ਸਕੀ ਤੂੰ। ਬਸ ਐਂ ਸੋਚਦੀ ਹੋਈ ਹੇਠਾਂ ਨੂੰ ਆ ਗਈ। ਬੂਹਾ ਖੋਲਿਆ, ਸਾਹਮਣੇ ਸੰਤ ਖੜੇ ਐ। ਮਹਾਂਪੁਰਸ਼ਾਂ ਨੂੰ ਆ ਕੇ ਇਹਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਇਹ ਵੀ ਕਿਸੇ ਕਿਸੇ ਦੇ ਮਨ ਵਿੱਚ ਖਿਆਲ ਆਉਂਦਾ ਹੈ, ਨਹੀਂ ਅੱਜ ਤਾਂ ਸਮਾਂ ਹੀ ਐਸਾ ਬਣ ਗਿਆ। ਸਾਧ ਸੰਗਤ, ਸਾਧੂ ਸੰਤਾਂ ਮਹਾਂਪੁਰਖਾਂ ਦੀ ਲੋਕ ਨਿੰਦਿਆ ਕਰਦੇ ਆ। ਇਹ ਵੀ ਠੀਕ ਕਲਯੁਗ ਦਾ ਇੱਕ ਲੱਛਣ ਹੈ, ਬਾਣੀ ਦੇ ਵਿੱਚ ਦੱਸਿਆ ਹੋਇਆ, ਜੇ ਕੋ ਨਾਉ ਲਏ ਬਦਨਾਮੀ ਕਲ ਕੀ ਲਖਣਈ। ਵੀ ਕਲਯੁਗ ਦੇ ਵਿੱਚ ਲੋਕੀ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਿਆ ਕਰਨਗੇ, ਨਾਮ ਜਪਣ ਵਾਲਿਆਂ ਨੂੰ ਲੋਕੀ ਮਾੜਾ ਕਿਹਾ ਕਰਨਗੇ। ਪੁਰਾਣੇ ਯੁੱਗਾਂ ਦੇ ਵਿੱਚ ਤਾਂ ਨਾਮ ਜਪਣ ਵਾਲਿਆਂ ਦਾ ਸੰਸਾਰ ਸਤਿਕਾਰ ਕਰਦਾ ਸੀ, ਪਰ ਕਲਯੁਗ ਦੇ ਵਿੱਚ ਨਾਮ ਜਪਣ ਵਾਲਿਆਂ ਨੂੰ ਬਹੁ ਗਿਣਤੀ ਲੋਕ ਨੇ ਜਿਹੜੇ ਉਹ ਤਿਰਸਕਾਰ ਕਰਦੇ, ਮਨਮੁਖ ਲੋਕ ਨੇ ਜਿਹੜੇ। ਸਤਿਕਾਰ ਕੌਣ ਕਰ ਸਕਦਾ? ਜਿਹਦੇ ਅੰਦਰ ਪਰਮੇਸ਼ਰ ਦਾ ਪਿਆਰ ਹੋਵੇ, ਉਹੀ ਪਰਮੇਸ਼ਰ ਦੇ ਪਿਆਰਿਆਂ ਨੂੰ ਪਿਆਰ ਕਰਦਾ। ਭਾਗਾਂ ਵਾਲੇ ਹੈ ਜਿਹੜੇ ਸਾਧੂਆਂ ਨਾਲ ਜੁੜੇ ਹੋਏ ਨੇ, ਗੁਰਮੁਖਾਂ ਨਾਲ ਜੁੜੇ ਹੋਏ ਨੇ, ਜਿਹੜੇ ਨਾਮ ਜਪਣ ਵਾਲਿਆਂ ਦੀ ਇੱਜ਼ਤ ਕਰਦੇ ਨੇ, ਸਤਿਕਾਰ ਕਰਦੇ ਨੇ। ਮਹਾਰਾਜ ਰੋਜ਼ ਕਹਿੰਦੇ ਨੇ, ਕਰ ਅੰਜਲੀ ਸਾਧ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਵੱਡਾ ਪੁੰਨ ਲੱਗੇਗਾ ਪਿਆਰਿਆ, ਤੂੰ ਸੰਤਾਂ ਨੂੰ ਮੱਥਾ ਟੇਕਿਆ ਕਰ।
ਸੰਤਾਂ ਦੇ ਅੱਗੇ ਝੁਕਿਆ ਕਰ, ਤੈਨੂੰ ਵੱਡਾ ਪੁੰਨ। ਝੁਕਣਾ ਤਾਂ ਦੂਰ ਦੀ ਗੱਲ ਹੈ। ਮਹਾਰਾਜ ਤਾਂ ਇੱਥੇ ਤੱਕ ਬਾਣੀ ਵਿੱਚ ਲਿਖ ਗਏ, ਗਰੀਬ ਨੂੰ ਅੱਜ ਕਹਿੰਦੇ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਕੋਈ ਸੰਤਾਂ ਸਾਧੂਆਂ ਮਹਾਂਪੁਰਖਾਂ ਨੂੰ ਜੀ ਕਹਿ ਕੇ ਵੀ ਬੁਲਾ ਲਵੇ ਨਾ, ਉਹਨੂੰ ਵੀ ਜਮ ਨਹੀਂ ਫੜ ਸਕਦੇ, ਉਹਦੇ ਅੱਗੇ ਵੀ ਜਮਾਂ ਦੀ ਪੇਸ਼ ਨਹੀਂ ਜਾ ਸਕਦੀ। ਵੀ ਜੇ ਕੋਈ ਸਤਿਕਾਰ ਕਰੇ ਸੰਤਾਂ ਦਾ, ਜੀ ਵੀ ਕਹਿ ਦੇਵੇ ਨਾ, ਤਦ ਵੀ ਐਡੀ ਵੱਡੀ ਕਲਾ ਵਰਤ ਜਾਂਦੀ। ਐਡਾ ਵੱਡਾ ਦਰਜਾ ਹੈ ਸੰਤਾਂ ਦਾ। ਕਬੀਰ ਸਾਹਿਬ ਜੀ ਲਿਖਦੇ ਆ ਸੰਤਾਂ ਦੀ ਬਾਬਤ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੰਤ ਨਾਮ ਜਪਾਉਂਦੇ ਨੇ, ਪਰਮਾਤਮਾ ਮੁਕਤੀ ਦਿੰਦਾ ਹੈ। ਸੰਤਾਂ ਤੋਂ ਬਿਨਾਂ ਪਰਮਾਤਮਾ ਦੀ ਕੋਈ ਗੱਲ ਕਰਦਾ ਨਹੀਂ ਹੁੰਦਾ। ਜਿਹੜਾ ਕਰੂਗਾ ਉਹ ਜੁੜਿਆ ਹੋਊਗਾ, ਉਹੀ ਕਰੂਗਾ। ਜਿਹੜਾ ਖੁਦ ਨਹੀਂ ਜੁੜਿਆ ਉਹ ਰੱਬ ਦੀ ਗੱਲ ਕਰੇ ਹੀ ਨਹੀਂ ਸਕਦਾ ਜੀ। ਚਲੋ ਖੈਰ ਰਹੋ ਵਿਚਾਰ। ਕਹਿੰਦੇ ਜੀ ਗਨਕਾ ਨੇ ਆ ਕੇ, ਚੰਦਰਮਣੀ ਨੇ ਆ ਕੇ ਮੱਥਾ ਟੇਕਿਆ ਸੰਤਾਂ ਨੂੰ, ਜਾਂ ਨਮਸਕਾਰ ਕੀਤੀ ਆ ਕੇ, ਤੇ ਹੱਥ ਜੋੜ ਕੇ ਬਹੁਤ ਨਿਮਰਤਾ ਪਿਆਰ ਦੇ ਨਾਲ ਬੇਨਤੀ ਕਰਦੀ, ਕਹਿੰਦੀ ਮਹਾਰਾਜ ਕਿਰਪਾ ਕਰੋ, ਆ ਮੇਰਾ ਘਰ ਹੈ, ਤੁਸੀਂ ਚਰਨ ਪਾਓ। ਵਸਤਰ ਭੇਜੇ ਹੋਏ ਨੇ, ਮੈਂ ਤੁਹਾਡੇ ਵਸਤਰ ਸੁਕਾ ਦਿਆਂਗੀ, ਤੇ ਤੁਸੀਂ ਕੁਝ ਸਮਾਂ ਇੱਥੇ ਵਿਸ਼ਰਾਮ ਕਰੋ, ਮੈਨੂੰ ਸੇਵਾ ਦਾ ਮੌਕਾ ਦਿਓ। ਮਹਾਂਪੁਰਖ ਤ੍ਰਿਕਾਲਦਰਸ਼ੀ ਸਨ। ਤ੍ਰਿਕਾਲਦਰਸ਼ੀ ਆਪਣੀ ਤਾਂ ਨਿਗਾਹ ਜਿੱਥੇ ਤੱਕ ਆ ਅੱਖਾਂ ਦੇਖ ਸਕਦੀਆਂ ਨੇ, ਆਪਾਂ ਨੂੰ ਤਾਂ ਉੱਥੇ ਤੱਕ ਹੀ ਦੀਦਾ ਹੁੰਦਾ ਹੈ। ਪਰ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਨੇ, ਉਹ ਤ੍ਰਿਕਾਲਦਰਸ਼ੀ ਭਾਵ ਬੀਤ ਗਏ ਸਮੇਂ ਬਾਰੇ, ਚੱਲ ਰਹੇ ਸਮੇਂ ਬਾਰੇ ਤੇ ਆਉਣ ਵਾਲੇ ਸਮੇਂ ਬਾਰੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ, ਸਭ ਜਾਣਦੇ ਹੁੰਦੇ ਆ। ਤੇ ਹੁਣ ਮਹਾਂਪੁਰਖਾਂ ਨੇ ਜਾਦੇ ਦੇ ਮੱਥੇ ਦੇ ਕਰਮ ਦੇਖੇ, ਉਹ ਜਾਣ ਗਏ ਬਈ ਇਹ ਤਾਂ ਆਪਣੇ ਜੀਵਨ ਨੂੰ ਐਵੇਂ ਹੀ ਗਵਾਉਂਦੀ ਤੁਰੀ ਜਾ ਰਹੀ ਹੈ, ਐਵੇਂ ਹੀ। ਮਹਾਂਪੁਰਖਾਂ ਦਾ ਕੋਈ ਫੁਰਨਾ ਨਹੀਂ ਸੀ ਬੇਸ਼ੱਕ ਉੱਥੇ ਆਰਾਮ ਕਰਨ ਦਾ ਜਾਂ ਸਾਧ ਸੰਗਤ ਜੀ ਉਸ ਘਰ ਵਿੱਚ ਜਾਣ ਦਾ, ਪਰ ਸਾਧੂ ਹੁੰਦੇ ਨੇ ਪਰਉਪਕਾਰੀ। ਉਹਦਾ ਭਲਾ ਕਰਨ ਖਾਤਰ ਫਿਰ ਮਹਾਂਪੁਰਖ ਉਹਦੇ ਘਰ ਦੇ ਅੰਦਰ ਚਲੇ ਗਏ, ਨਾਲੇ ਅੰਦਰ ਨੂੰ ਤੁਰੇ ਜਾਂਦੇ ਐ ਤੇ ਨਾਲੇ ਆਪਣੀ ਰਸਨਾ ਤੋਂ ਕੁਛ ਬੋਲ ਰਹੇ ਨੇ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨੀ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਭਵ ਸਾਗਰ ਨਹੀਂ ਜਾਣਾ, ਤਰਿਆ ਭਵ ਸਾਗਰ ਨਹੀਂ ਜਾਣਾ। ਭਵ ਸਾਗਰ ਨਹੀਂ ਜਾਣਾ, ਤਰਿਆ ਭਵ ਸਾਗਰ ਨਹੀਂ ਜਾਣਾ। ਭਵ ਸਾਗਰ ਨਹੀਂ ਜਾਣਾ, ਤਰਿਆ ਭਵ ਸਾਗਰ ਨਹੀਂ ਜਾਣਾ। ਭਵ ਸਾਗਰ ਨਹੀਂ ਜਾਣਾ, ਤਰਿਆ ਭਵ ਸਾਗਰ ਨਹੀਂ ਜਾਣਾ। ਭਵ ਸਾਗਰ ਨਹੀਂ ਜਾਣਾ, ਤਰਿਆ ਭਵ ਸਾਗਰ ਨਹੀਂ ਜਾਣਾ। ਭਵ ਸਾਗਰ ਨਹੀਂ ਜਾਣਾ, ਤਰਿਆ ਭਵ ਸਾਗਰ ਨਹੀਂ ਜਾਣਾ। ਗਠੜੀ ਪਾਪਾਂ ਦੀ, ਤਰਿਆ ਭਵ ਸਾਗਰ ਨਹੀਂ ਜਾਣਾ। ਬਨ ਗਠੜੀ ਪਾਪਾਂ ਦੀ,
ਭਵ ਸਾਗਰ ਨਹੀਂ ਜਾਣਾ। ਮਨ ਗਠੜੀ ਪਾਪਾਂ ਦੀ ਦਰਿਆ ਭਵ ਸਾਗਰ ਨਹੀਂ ਜਾਣਾ। ਮਨ ਗਠੜੀ ਪਾਪਾਂ ਦੀ ਦਰਿਆ ਭਵ ਸਾਗਰ ਨਹੀਂ ਜਾਣਾ। ਮਨ ਗਠੜੀ ਪਾਪਾਂ ਦੀ ਦਰਿਆ ਭਵ ਸਾਗਰ ਨਹੀਂ ਜਾਣਾ। ਮਨ ਗਠੜੀ ਪਾਪਾਂ ਦੀ ਦਰਿਆ ਭਵ ਸਾਗਰ ਨਹੀਂ ਜਾਣਾ। ਐਦਾਂ ਮਹਾਂਪੁਰਸ਼ ਪੜ੍ਹਦੇ ਹੋਏ ਅੰਦਰ ਨੂੰ ਤੁਰੇ ਜਾਂਦੇ ਨੇ। ਮਹਾਂਪੁਰਖਾਂ ਦੇ ਬੋਲ ਇਹਦੇ ਹਿਰਦੇ ਉੱਤੇ ਕਾਟ ਕਰਦੇ ਜਾ ਰਹੇ ਨੇ। ਮਹਾਂਪੁਰਖਾਂ ਨੂੰ ਆਸਣ ਤੇ ਬਿਠਾਇਆ, ਨਮਸਕਾਰ ਕਰਕੇ ਕੋਲ ਬੈਠ ਗਈ। ਪੁੱਛਦੀ ਹੈ, ਮਹਾਰਾਜ ਮੈਂ ਤੁਹਾਡੀ ਕੀ ਸੇਵਾ ਕਰਾਂ? ਤਾਂ ਸੰਤ ਕਹਿੰਦੇ, ਬੇਟਾ ਅਸੀਂ ਨਾ ਤਾਂ ਕੁਛ ਛਕਣਾ ਹੈ, ਨਾ ਸਾਨੂੰ ਕੋਈ ਹੋਰ ਲੋੜ ਹੈ। ਬਸ ਥੋੜਾ ਚਿਰ ਰੁਕਣਾ, ਅਸੀਂ ਚਲੇ ਜਾਣਾ। ਪਰ ਹਾਂ, ਜਿੰਨਾ ਕੁ ਚਿਰ ਹੈਗੇ ਆ ਉਨਾ ਚਿਰ ਤੇਰੇ ਨਾਲ ਕੁਛ ਵਿਚਾਰ ਕਰਨੀ ਹੈ। ਬੈਠ ਸਾਡੇ ਕੋਲ, ਤੈਨੂੰ ਅਸੀਂ ਬਹੁਤ ਕੀਮਤੀ ਗੱਲ ਕੋਈ ਦੱਸਣੀ ਚਾਹੁੰਦੇ ਹਾਂ। ਕਹਿੰਦੇ ਮਹਾਰਾਜ ਕਿਰਪਾ ਕਰੋ। ਕਹਿੰਦੇ ਬੇਟਾ ਤੈਨੂੰ ਪਤਾ ਹੈ ਵੀ 84 ਲੱਖ ਜੂਨ ਹੈ। ਕਦੇ ਕਿਸੇ ਸਾਧੂ ਸੰਤ ਮਹਾਤਮਾ ਦੀ ਤੈਂ ਬੇਸ਼ੱਕ ਸੰਗਤ ਨਹੀਂ ਕੀਤੀ। ਕਹਿੰਦੇ ਹਾਂ ਮਹਾਰਾਜ ਇਹ ਗੱਲ ਸੁਣੀ ਹੈ ਵੀ 84 ਲੱਖ ਜੂਨ। ਕਹਿੰਦੇ 84 ਲੱਖ ਜੂਨਾਂ ਦੇ ਵਿੱਚੋਂ ਸਰਦਾਰ ਜੂਨ ਨਹੀਂ ਹੈ ਮਾਨਸ ਦੇ ਹੀ। ਮਾਨਸ ਦੇ ਹੀ ਸਰਦਾਰ ਜੂਨ ਹੈ, ਸ਼੍ਰੋਮਣੀ ਜੂਨ ਹੈ। ਸ਼੍ਰੋਮਣੀ ਜੂਨ ਹੈ, ਸਭ ਤੋਂ ਉੱਤੇ ਹੈ ਮਾਨਸ ਦੇ ਹੀ। ਤੇ ਇਹ ਦੇਹੀ ਸਫਲੀ ਤਾਂ ਹੋਣੀ ਹੈ ਜੇ ਨਾਮ ਜਪਿਆ, ਜੇ ਸਿਮਰਨ ਕੀਤਾ। ਸਿਮਰਨ ਤੋਂ ਬਿਨਾ ਜੋ ਵੀ ਕੁਝ ਇਕੱਠਾ ਕਰਦੇ ਆ, ਚਾਹੇ ਧਨ ਹੈ, ਚਾਹੇ ਜਾਇਦਾਦਾਂ ਹਨ, ਚਾਹੇ ਆ ਸੁੰਦਰ ਸਰੂਪ ਹੈ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਹੈ। ਇਹ ਸਰੀਰ ਸਾਡੇ ਨਾਲ ਹੈ, ਸਰੀਰ ਵੀ ਨਹੀਂ ਨਾਲ ਜਾਂਦਾ। ਸੱਚਮੁੱਚ ਸਾਧ ਸੰਗਤ ਜੀ, ਮਹਾਰਾਜ ਆਸਾ ਦੀ ਵਾਰ ਦੇ ਵਿੱਚ ਵੀ ਬਚਨ ਕਰਦੇ। ਮਹਾਰਾਜ ਕਹਿੰਦੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ। ਔਗਣ ਕਰਨ ਵਾਲਿਆਂ ਨੂੰ ਪਛਤਾਉਣਾ ਪੈਂਦਾ। ਵੀਰ ਨਾਮ ਤੋਂ ਬਿਨਾ ਉੱਥੇ ਕੋਈ ਸਹਾਈ ਨਹੀਂ ਹੁੰਦਾ, ਸਹਾਇਤਾ ਨਹੀਂ ਹੁੰਦੀ। ਉਹਦੀ ਦਰਗਾਹ ਦੇ ਵਿੱਚ ਕਰਮਾਂ ਦਾ ਹਿਸਾਬ ਕਿਤਾਬ ਧਰਮ ਰਾਜਾ ਕਰਦਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵਿਚਾਰ ਹੁੰਦੀ ਕਰਮਾਂ ਦੀ ਉੱਥੇ। ਹੁਣ ਕਰਮਾਂ ਦਾ ਹਿਸਾਬ ਕਿਤਾਬ ਬੇਟਾ ਸਭਨਾਂ ਦਾ ਹੋਣਾ ਹੈ, ਤੇਰਾ ਵੀ ਹੋਣਾ ਹੈ। ਤੇ ਸਾਡਾ ਆਇਆਂ ਦਾ ਲਾਭ ਤਾਂ ਹੀ ਹੈ, ਫਾਇਦਾ ਤਾਂ ਹੀ ਹੈ, ਸਾਡਾ ਆਇਆ ਸਫਲ ਤਾਂ ਹੀ ਹੈ ਜੇ ਅਸੀਂ ਤੈਨੂੰ ਕੋਈ ਰੱਬ ਦੀ ਗੱਲ ਸੁਣਾ ਕੇ ਤੇ ਤੈਨੂੰ ਰੱਬ ਵਾਲੇ ਪਾਸੇ ਪ੍ਰੇਰ ਕੇ ਜਾਈਏ। ਮਹਾਂਪੁਰਖ ਜਿਹੜੇ ਹੁੰਦੇ ਆ, ਬ੍ਰਹਮ ਗਿਆਨੀ ਸਾਧੂ ਜਿਹੜੇ ਹੁੰਦੇ ਆ, ਉਹਨਾਂ ਦਾ ਚੁਤਰਫਾ ਜਿਹੜਾ ਹੁੰਦਾ ਨਾ ਜੀ, ਆਲਾ ਦੁਆਲਾ ਉਹਨਾਂ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹੁੰਦੀਆਂ ਨੇ, ਉਹਨਾਂ ਦਾ ਅਸਰ ਪੈਂਦਾ ਹੁੰਦਾ ਹੈ। ਅਸਰ ਪੈਂਦਾ ਹੁੰਦਾ। ਜਿਹੜੀ ਚੇਤਨ ਸ੍ਰਿਸ਼ਟੀ ਹੈ ਉਹਦੇ ਤੇ ਵੀ, ਜਿਹੜੀ ਜੜ ਸ੍ਰਿਸ਼ਟੀ ਹੈ ਉਹਦੇ ਤੇ ਵੀ ਅਸਰ ਪੈਂਦਾ ਹੈ। ਮਹਾਂਪੁਰਖਾਂ ਦੇ ਸਿਮਰਨ ਭਜਨ ਸਦਕਾ ਜੋ ਉਹਨਾਂ ਦੇ ਅੰਦਰ ਤਰੰਗਾਂ ਲਹਿਰਾਂ ਚੱਲ ਰਹੀਆਂ, ਉਹਦਾ ਉਹਨਾਂ ਦੇ ਆਲੇ ਦੁਆਲੇ ਤੇ ਬਹੁਤ ਅਸਰ ਪੈਂਦਾ ਹੈ। ਸੰਤ ਮਹਾਰਾਜ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ, ਇੱਕ ਵਾਰੀ ਉਹਨਾਂ ਨੇ ਬਚਨ ਸੁਣਾਇਆ। ਹਰਖਵਾਲ ਦੀ ਧਰਤੀ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਏ ਹੋਏ ਸੀ ਤੇ ਕਥਾ ਹੋਈ ਗੁਰਮੁਖ ਰੋਮ ਰੋਮ ਹਰਿ ਧਿਆਵੈ। ਤੇ ਸੰਤ ਜੀ ਮਹਾਰਾਜ ਜਦੋਂ ਬਾਦ ਦੇ ਵਿੱਚ ਇਕੱਠੇ ਬੈਠੇ ਤੇ ਮਹਾਰਾਜ ਜਵਾਲਾ ਸਿੰਘ ਸੰਤ ਮਹਾਰਾਜ ਹਰਖਵਾਲ ਜੀ ਕਹਿਣ ਲੱਗੇ, ਕਹਿੰਦੇ ਗਿਆਨੀ ਜੀ ਕਦੇ ਕਿਸੇ ਐਸੇ ਗੁਰਮੁਖ ਦੇ ਦਰਸ਼ਨ ਕੀਤੇ ਜਿਹਦੇ ਰੋਮ ਰੋਮ ਦੇ ਵਿੱਚੋਂ ਨਾਮ ਦੀ ਆਵਾਜ਼ ਆਉਂਦੀ ਹੋਵੇ? ਤੇ ਸੰਤ ਗੁਰਬਚਨ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜੀ ਜਦੋਂ ਵੱਡੇ ਸੰਤ ਬਾਬਾ ਸੁੰਦਰ ਸਿੰਘ ਜੀ ਸਰੀਰ ਕਰਕੇ ਕੁਛ ਢਿੱਲੇ ਸੀ ਤੇ ਡਾਕਟਰ ਦੇ ਗਏ। ਮਹਾਂਪੁਰਖ ਹਸਪਤਾਲ ਦੇ ਵਿੱਚ ਦਾਖਲ ਸਨ ਤੇ ਜਿਹੜਾ ਡਾਕਟਰ ਸੀ ਨਾ, ਜਦੋਂ ਉਹ ਟੂਟੀ ਲਾ ਕੇ ਚੈੱਕ ਕਰਦਾ ਸੀ, ਜਿਹਨੂੰ ਆਪਾਂ ਸਟੈਥੋਸਕੋਪ ਕਹਿੰਦੇ ਸਾਧ ਸੰਗਤ ਜੀ, ਕਹਿੰਦੇ ਜਦੋਂ ਟੂਟੀ ਲਾ ਕੇ ਚੈੱਕ ਕਰਦਾ ਸੀ ਤੇ ਸਰੀਰ ਵਿੱਚ ਜਿੱਥੇ ਵੀ ਉਹ ਟੂਟੀ ਲਾਉਂਦਾ ਸੀ ਤੇ ਉੱਥੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਹੀ ਸੁਣਦੀ ਸੀ। ਇਹ ਡਾਕਟਰ ਨੇ ਕਹਿੰਦੇ ਦੱਸਿਆ ਸਨ।
ਸੰਤ ਮਹਾਰਾਜ ਹਰਖਵਾਲੀਏ ਕਹਿਣ ਲੱਗੇ ਵੀ ਚਲੋ ਉਹ ਡਾਕਟਰ ਨੇ ਸੁਣਿਆ ਹੋ, ਤੁਸੀਂ ਆਪਣੇ ਕੰਨੀ ਸੁਣਿਆ? ਕਹਿੰਦੇ ਨਹੀਂ ਮਹਾਰਾਜ ਅਸੀਂ ਤਾਂ ਨਹੀਂ ਸੁਣਿਆ। ਕਹਿੰਦੇ ਠੀਕ ਹੈ। ਕਹਿੰਦੇ ਅਸੀਂ ਇੱਕ ਐਸੇ ਮਹਾਂਪੁਰਖ ਦੇ ਦਰਸ਼ਨ ਕੀਤੇ ਜਿਨ੍ਹਾਂ ਦੇ ਸਰੀਰ ਦੇ ਰੋਮ ਰੋਮ ਦੇ ਵਿੱਚੋਂ ਤਾਂ ਨਾਮ ਚੱਲਦਾ ਹੀ ਸੀ। ਜਿੱਥੇ ਉਹਨਾਂ ਦੀ ਕੁਟੀਆ ਸੀ, ਜਿੱਥੇ ਉਹਨਾਂ ਦਾ ਆਸਣ ਸੀ, ਜਿਸ ਬਾਗ ਦੇ ਵਿੱਚ ਉਹ ਰਹਿੰਦੇ ਸੀ, ਉਸ ਕੁਟੀਆ ਦੀਆਂ ਇੱਟਾਂ ਵੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੀਆਂ ਆਵਾਜ਼ ਆਉਂਦੀ ਹੁੰਦੀ ਸੀ, ਤੇ ਦਰਖਤ ਦੇ ਪੱਤਿਆਂ ਵਿੱਚੋਂ ਵੀ ਸਿਮਰਨ ਦੀ ਆਵਾਜ਼ ਆਉਂਦੀ ਹੁੰਦੀ ਸੀ। ਕਹਿੰਦੇ ਅਸੀਂ ਗਏ ਸਾਂ ਉਹਨਾਂ ਦੇ ਦਰਸ਼ਨ ਕਰਨ। ਜਦੋਂ ਬਾਗ ਦੇ ਵਿੱਚ ਅਸੀਂ ਦਾਖਲ ਹੋਏ, ਦਰਖਤਾਂ ਦੇ ਪੱਤਿਆਂ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਸੁਣੇ, ਉਹਨਾਂ ਦੀ ਕੁਟੀਆ ਦੀਆਂ ਇੱਟਾਂ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਸੁਣੇ। ਤੇ ਜਦੋਂ ਉਹ ਮਹਾਂਪੁਰਸ਼ ਸਾਨੂੰ ਆ ਕੇ ਮਿਲੇ, ਉਹਨਾਂ ਦੇ ਸਰੀਰ ਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਆ ਰਹੀ ਸੀ। ਕਹਿੰਦੇ ਮਹਾਰਾਜ ਉਹ ਕਿਹੜੇ ਮਹਾਂਪੁਰਖ ਸੀਗੇ? ਤੇ ਸੰਤ ਮਹਾਰਾਜ ਹਰਖਵਾਲੀਏ ਕਹਿਣ ਲੱਗੇ ਉਹ ਮਹਾਂਪੁਰਖ ਸਨ ਧੰਨ ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਬਿਹਾਲੇ ਵਾਲੇ। ਸਾਰੀ ਜ਼ਿੰਦਗੀ ਜਿਨ੍ਹਾਂ ਨੇ ਭੋਰੇ ਦੇ ਵਿੱਚ ਬੈਠ ਕੇ ਤਪੱਸਿਆ ਕੀਤੀ, ਸਿਮਰਨ ਕੀਤਾ, ਕੁਟੀਆ ਵਿੱਚ ਸਦਾ ਬਸ ਐਂ ਨੀਵੀਂ ਪਾਈ ਰੱਖੀ, ਔਰ ਮਹਾਂਪੁਰਖਾਂ ਦੇ ਐਂ ਕੁੱਬ ਪਿਆ ਹੋਇਆ ਸੀ ਜੀ, ਇੰਨੀ ਬੰਦਗੀ ਉਹਨਾਂ ਦੀ ਸੀ। ਹਰ ਵੇਲੇ ਬਸ ਸਿਮਰਨ ਦੇ ਵਿੱਚ ਹੀ ਰਹੇ। ਸੋ ਇਹ ਮਹਾਂਪੁਰਖਾਂ ਦਾ ਆਲਾ ਦੁਆਲਾ ਹੁੰਦਾ ਜੀ, ਅਸਰ ਪੈਂਦਾ ਉਹਦੇ ਤੇ। ਜੜ ਸ੍ਰਿਸ਼ਟੀ ਵੀ ਅਸਰ ਕਬੂਲਦੀ ਹੈ, ਚੇਤਨ ਸ੍ਰਿਸ਼ਟੀ ਵੀ ਅਸਰ ਕਬੂਲਦੀ ਹੈ। ਕਈ ਗੁਰਮੁਖ ਪ੍ਰੇਮੀ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਦਰਬਾਰ ਸਾਹਿਬ ਜਾਂਦੇ ਨੇ, ਉਹ ਸਰੋਵਰ ਦਾ ਜਲ ਲੈ ਕੇ ਆਉਂਦੇ ਆ, ਤੇ ਜਦੋਂ ਘਰ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਉਹ ਜਲ ਦਿੰਦੇ ਨੇ ਛਕਣ ਨੂੰ। ਉਹ ਅਸਰ ਕਰਦਾ ਹੈ ਜੀ। ਕਿਉਂ? ਉੱਥੇ ਹਰ ਵੇਲੇ ਬਾਣੀ ਦਾ ਪਾਠ ਚੱਲ ਰਿਹਾ, ਹਰ ਵੇਲੇ ਕੀਰਤਨ ਚੱਲ ਰਿਹਾ ਹੈ, ਤੇ ਉਹ ਕੀਰਤਨ ਦਾ, ਬਾਣੀ ਦਾ ਜਿਹੜਾ ਪ੍ਰਭਾਵ ਹੈ ਜਲ ਦੇ ਉੱਤੇ ਪਿਆ ਹੁੰਦਾ ਹੈ। ਬਹੁਤੇ ਮਹਾਂਪੁਰਖ ਜਲ ਦਿੰਦੇ ਨੇ ਵੀ ਸ਼ਬਦ ਜਾਪ ਕਰਕੇ, ਉਹ ਸ਼ਬਦ ਜਿਹੜਾ ਅਸਰ ਕਰਦਾ ਜਲ ਦੇ ਉੱਤੇ, ਇਹ ਤਾਂ ਹੁਣ ਸਾਇੰਸ ਵੀ ਸਿੱਧ ਕਰ ਚੁੱਕੀ ਹੈ। ਜਿਹੜਾ ਮਿਊਜ਼ਿਕ ਹੈ, ਜਿਹੜੇ ਸ਼ਬਦ ਹਨ, ਜਿਹੜੇ ਬੋਲ ਹਨ, ਇਹ ਹਰੇਕ ਚੀਜ਼ ਤੇ ਅਸਰ ਕਰਦੇ ਨੇ, ਹਰੇਕ ਚੀਜ਼ ਤੇ ਅਸਰ ਕਰਦੇ ਨੇ। ਤੇ ਕਹਿੰਦੇ ਕਿਸੇ ਨੇ ਜਾਂਚਣ ਦੀ ਕੋਸ਼ਿਸ਼ ਕੀਤੀ, ਖੋਜ ਕਰਨ ਦੀ ਕੋਸ਼ਿਸ਼ ਕੀਤੀ, ਇੱਕੋ ਜਿਹੇ ਗਮਲੇ, ਇੱਕੋ ਜਿਹੀ ਮਿੱਟੀ, ਇੱਕੋ ਜਿਹੇ ਬੂਟੇ ਲਾਏ ਗਏ। ਇੱਕ ਦੇ ਕੋਲ ਭੈੜੀਆਂ ਆਵਾਜ਼ਾਂ ਸੁਣਾਉਣ ਵਾਸਤੇ ਕੋਈ ਸਾਧਨ ਰੱਖ ਦਿੱਤਾ, ਤੇ ਇੱਕ ਦੇ ਕੋਲ ਸ਼ਬਦ ਗੁਰਬਾਣੀ ਚੱਲਣ ਲੱਗ ਪਈ। ਇੱਕ ਦੇ ਕੋਲ ਗੰਦੇ ਗੀਤ ਚੱਲਦੇ ਆ, ਇੱਕ ਦੇ ਕੋਲੇ ਗੁਰਬਾਣੀ ਦੇ ਸ਼ਬਦ ਚੱਲਦੇ, ਦੋਹਾਂ ਨੂੰ ਅਲੱਗ-ਅਲੱਗ ਥਾਂ ਤੇ ਰੱਖਿਆ ਹੋਇਆ। ਇੱਕ ਹਫ਼ਤੇ ਬਾਅਦ ਜਦੋਂ ਦੇਖਿਆ ਗਿਆ, ਜਿਸ ਬੂਟੇ ਦੇ ਕੋਲੇ ਗੰਦੇ ਗੀਤ ਚੱਲਦੇ ਸਨ ਉਹ ਮੁਰਝਾ ਗਿਆ, ਤੇ ਜਿਹਦੇ ਕੋਲੇ ਗੁਰਬਾਣੀ ਦੇ ਸ਼ਬਦ ਚੱਲਦੇ ਸਨ ਉਹ ਅੱਗੇ ਨਾਲੋਂ ਵੀ ਟਹਿਕਣ ਲੱਗ ਪਿਆ। ਤੋ ਇਹ ਅਸਰ ਪੈਂਦਾ ਹੈ ਸਾਧ ਸੰਗਤ, ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਹੈ। ਤੇ ਗੁਰਮੁਖੋ ਹੁਣ ਮਹਾਂਪੁਰਖ ਜਿੱਥੇ ਬੈਠ ਗਏ ਜਾ ਕੇ, ਉਹ ਧਰਤੀ ਨੂੰ ਭਾਗ ਲੱਗ ਗਏ ਜੀ। ਤੇ ਮਹਾਂਪੁਰਖਾਂ ਦੇ ਕੋਲ ਬੈਠਣ ਕਰਕੇ ਚੰਦਰਮਣੀ ਦੇ ਮਨ ਤੇ ਬੜਾ ਅਸਰ ਹੋਇਆ, ਤੇ ਆਪਣੇ ਆਪ ਨੂੰ ਲਾਹਣਤਾਂ ਪਾ ਰਹੀ ਹੈ। ਬੈਠੀ ਹੈ ਸੰਤਾਂ ਦੇ ਕੋਲੇ, ਆਪਣੇ ਆਪ ਨੂੰ ਧਰਕਾਰਾਂ ਪਾ ਰਹੀ ਹੈ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਕੀਤੀ ਨਾ ਕੋਈ ਨੇਕ ਕਮਾਈ, ਵਿਸ਼ਿਆਂ ਦੇ ਵਿੱਚ ਜਾਨ ਗਵਾਈ। ਕੀਤੀ ਨਾ ਕੋਈ ਨੇਕ ਕਮਾਈ, ਵਿਸ਼ਿਆਂ ਦੇ ਵਿੱਚ ਜਾਨ ਗਵਾਈ। ਨਾ ਕੋਈ ਨੇਕ ਕਮਾਈ, ਵਿਸ਼ਿਆਂ ਦੇ ਵਿੱਚ ਜਾਨ ਗਵਾਈ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ
ਐਵੇਂ ਉਮਰ ਗਵਾ ਲਈ ਮਨਾ ਕੁਛ ਖੱਟਿਆ ਨਾ, ਜੋ ਕੁਛ ਖੱਟਿਆ ਉਹ ਨਾਲ ਜਾਣ ਵਾਲਾ ਨਹੀਂ ਹੈ, ਔਰ ਜੋ ਕੰਮ ਕੀਤੇ ਨੇ ਉਹਨਾਂ ਦੇ ਸਦਕਾ ਜਮਾਂ ਦੀ ਫਾਹੀ ਗਲ ਵਿੱਚ ਪੈ ਜਾਣੀ ਹੈ। ਜਮਾਂ ਦੀ ਫਾਹੀ ਗਲ ਵਿੱਚ ਪੈ ਜੂਗੀ, ਔਖਾ ਹੋ ਜਾਏਗਾ। ਹੁਣ ਆਪਣੇ ਆਪ ਦੇ ਕੀਤੇ ਕਰਮਾਂ ਤੇ ਪਛਤਾਵਾ ਬਹੁਤ ਹੋ ਰਿਹਾ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਇਕਨਾਂ ਨੂੰ ਸੋਝੀ ਆ ਜਾਂਦੀ ਹੈ ਸੁਣ ਕੇ, ਇੱਕ ਫੇਰ ਵੀ ਸਭ ਕੁਝ ਦੇਖਦੇ ਹੋਏ ਵੀ ਬੇਪਰਵਾਹ ਹੋਏ ਰਹਿੰਦੇ ਨੇ। ਹੁਣ ਇਹਨੂੰ ਪਛਤਾਵਾ ਹੋ ਰਿਹਾ, ਅੱਖਾਂ ਵਿੱਚੋਂ ਹੰਝੂ ਜਾ ਰਹੇ ਨੇ, ਤੇ ਸੰਤਾਂ ਨੂੰ ਕਹਿੰਦੀ ਮਹਾਰਾਜ ਮੈਂ ਕਰਮ ਤਾਂ ਬਹੁਤ ਮਾੜੇ ਕੀਤੇ ਹੋਏ ਆ, ਪਤਾ ਨਹੀਂ ਬਖਸ਼ੇ ਜਾਣੇ ਆ ਕਿ ਨਹੀਂ, ਪਰ ਮਹਾਂਪੁਰਖ ਪਰਉਪਕਾਰੀ ਹੁੰਦੇ ਆ, ਤੁਸੀਂ ਕਿਰਪਾ ਕਰੋ ਮੇਰਾ ਭਲਾ ਕਰ ਦਿਓ। ਤੇ ਸੰਤ ਕਹਿਣ ਲੱਗੇ, ਕਹਿੰਦੇ ਇਸੇ ਕਰਕੇ ਅਸੀਂ ਤੇਰੇ ਘਰ ਦੇ ਅੰਦਰ ਆ ਗਏ ਵੀ ਭਲਾ ਹੁਣ ਤੇਰਾ ਹੋਰ ਤਾਂ ਕਿਸੇ ਤਰੀਕੇ ਅਸੀਂ ਕਰ ਨਹੀਂ ਸਕਦੇ, ਵੀ ਜਿਹੜੇ ਤੇਰੇ ਕਰਮ ਨੇ ਨਾ ਇਹ ਤਾਂ ਖਤਮ ਹੋਣੇ ਆ ਜੇ ਤੂੰ ਪਰਮੇਸ਼ਰ ਦਾ ਭਜਨ ਕਰੇ। ਆਹ ਦੇਖ ਸਾਡੇ ਕੋਲ ਜਿਹੜਾ ਪਿੰਜਰਾ ਹੈ ਇਹਦੇ ਵਿੱਚ ਅਸੀਂ ਇੱਕ ਤੋਤਾ ਰੱਖਿਆ ਹੋਇਆ ਹੈ, ਇਹ ਸਾਡੇ ਕੋਲ ਰਹਿੰਦਾ ਹਰ ਵੇਲੇ, ਤੇ ਸਾਡੀ ਸੰਗਤ ਕਰਨ ਕਰਕੇ ਇਹ ਵੀ ਨਾਮ ਜਪਦਾ ਹੈ। ਜਿਵੇਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਰਾਮ ਰਾਮ ਕਰਦੇ, ਇਹ ਵੀ ਕਰਦਾ। ਹੁਣ ਅਸੀਂ ਇਹ ਤੈਨੂੰ ਤੇਰੇ ਕੋਲ ਛੱਡ ਜਾਣਾ, ਇਹਨੂੰ ਤੇਰੇ ਕਰਮ ਸਾਫ਼ ਹੋ ਜਾਣਗੇ, ਪਿਛਲੇ ਸਾਰੇ ਗੰਦਗੀ ਸਾਰੀ ਅੰਦਰੋਂ ਨਿਕਲ ਜੂ, ਪਰ ਇੱਕ ਤੈਨੂੰ ਵਾਅਦਾ ਕਰਨਾ ਪੈਣਾ। ਕੀ ਮਹਾਰਾਜ? ਵਾਅਦਾ ਕਰਨਾ ਪੈਣਾ ਵੀ ਇਸ ਹਿਰਦੇ ਰੂਪੀ ਘਰ ਦੇ ਵਿੱਚ ਮੁੜ ਕੇ ਗੰਦਗੀ ਸਿੱਟਣੀ ਨਹੀਂ ਹੈ। ਆਪਣਾ ਜੀਵਨ ਬਦਲ ਲੈ ਤਾਂ ਪਿਛਲੇ ਕਰਮ ਜਿਹੜੇ ਨੇ ਮਾਫ ਹੋ ਸਕਣਗੇ। ਜੇਕਰ ਪਿਛਲੇ ਕਰਮਾਂ ਦੀ ਮਾਫੀ ਮੰਗੀ ਜਾਣੀ ਹੈ, ਗਾਹਾਂ ਨੂੰ ਹੋਰ ਕਰਮ ਸਿਰੇ ਚਾੜੀ ਜਾਣੇ, ਫੇਰ ਨਹੀਂ ਗੱਲ ਬਣਨੀ ਹੈ। ਫੇਰ ਤਾਂ ਲੇਖਾ ਮੁੱਕਣਾ ਹੀ ਨਹੀਂ ਹੈ, ਗਾਹਾਂ ਤੋਂ ਗਾਹਾਂ ਲੇਖਾ ਚੱਲੀ ਹੋ ਜਾਣਾ, ਫਿਰ ਮਾਫ ਹੋ ਹੀ ਜਾਣਗੇ, ਗਾਹਾਂ ਹੋਰ ਸਿਰ ਚੜੀ ਜਾਣਗੇ ਕਰਮ। ਗੱਲ ਤਾਂ ਲੇਖਾ ਮੁਕਾਉਣ ਦੀ ਭਾਈ। ਲੇਖਾ ਮੁੱਕੂਗਾ ਤਾਂ ਜੇ ਤੂੰ ਆਪਣਾ ਜੀਵਨ ਬਦਲ ਲਵੇਂ, ਸਾਦਗੀ ਵਾਲਾ ਜੀਵਨ ਜੀਣਾ ਸ਼ੁਰੂ ਕਰ ਦੇ। ਜੋ ਕੁਝ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਇੱਕ ਭੈੜੇ ਸੁਪਨੇ ਦੀ ਤਰ੍ਹਾਂ ਛੱਡ ਦੇ। ਬੇਸ਼ੱਕ ਤੇਰਾ ਆਲਾ ਦੁਆਲਾ, ਤੇਰੇ ਮਿਲਣ ਗਿਲਣ ਵਾਲੇ ਲੋਕ ਤੈਨੂੰ ਬਹੁਤ ਤੰਗ ਕਰਨਗੇ, ਕਹਿਣਗੇ ਵੀ ਤੂੰ ਕਿਉਂ ਬਦਲ ਗਈ, ਤੈਨੂੰ ਕਹਿਣਗੇ ਬਹੁਤ ਕੁਝ, ਪਰ ਤੂੰ ਝੱਲ ਲਈ, ਤੂੰ ਸੁਣ ਲਈ। ਦੁਨੀਆ ਕਦੇ ਕਿਸੇ ਦੀ ਨਹੀਂ ਬਣਦੀ। ਦੁਨੀਆ ਦੇ ਲੋਕ ਕਦੇ ਕਿਸੇ ਦਾ ਸਾਥ ਨਹੀਂ ਦੇ ਸਕਦੇ। ਉਸ ਸੱਚੀ ਦਰਗਾਹ ਦੇ ਵਿੱਚ ਜੇ ਸਾਥ ਦੇਣਾ ਤਾਂ ਫਿਰ ਪਰਮਾਤਮਾ ਦੇ ਜਪੇ ਹੋਏ ਨਾਮ ਨੇ ਦੇਣਾ, ਹੋਰ ਨਹੀਂ ਕਿਸੇ ਨੇ ਦੇਣਾ। ਇਸ ਕਰਕੇ ਬੀਬਾ ਸਾਡਾ ਤਾਂ ਤੈਨੂੰ ਇਹੋ ਹੀ ਕਹਿਣਾ ਹੈ ਬਈ ਤੂੰ ਆਪਣਾ ਜੀਵਨ ਬਦਲ ਲਈ, ਜੀਵਨ ਨਾ ਉਹੀ ਤੁਰਿਆ ਰਿਹਾ, ਫੇਰ ਨਹੀਂ ਤੇਰਾ ਕੁਝ ਵੀ ਬਣ ਸਕਣਾ। ਅੰਮ੍ਰਿਤ ਵੇਲੇ ਉੱਠਿਆ ਕਰੀ, ਅੰਮ੍ਰਿਤ ਵੇਲੇ ਉੱਠ ਕੇ ਤੇ ਇਸ ਪਿੰਜਰੇ ਦੇ ਮੂਹਰੇ ਬੈਠ ਕੇ ਰਾਮ ਰਾਮ ਜਿਵੇਂ ਇਹ ਕਹਾਊਗਾ ਉਦਾਂ ਕਿਹਾ ਕਰੀ। ਕਹਿੰਦੀ ਸਤ ਬਚਨ, ਇਰਾਦਾ ਪੱਕਾ ਹੋ ਗਿਆ ਜੀ, ਪੱਕਾ ਧਾਰ ਲਿਆ ਇਰਾਦਾ, ਮਹਾਂਪੁਰਖਾਂ ਦੇ ਬਚਨਾਂ ਤੇ ਚੱਲਣਾ ਹੈ। ਮਹਾਂਪੁਰਖ ਤਾਂ ਚਲੇ ਗਏ, ਮਹਾਂਪੁਰਖ ਚਲੇ ਗਏ। ਹੁਣ ਇਹਨੇ ਉਹ ਹਾਰ ਸ਼ਿੰਗਾਰ, ਉਹ ਕੀਮਤੀ ਵਸਤਰ ਪਹਿਨਣੇ ਤਿਆਗ ਦਿੱਤੇ, ਸਾਦਗੀ ਵਾਲੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ। ਹੁਣ ਇਹਦਾ ਘਰ ਅੱਗੇ ਵਾਲਾ ਵਾਤਾਵਰਣ ਹੀ ਨਾ ਰਿਹਾ। ਹੁਣ ਇਹਨੂੰ ਮਿਲਣ ਗਿਲਣ ਵਾਲੇ ਇਹਦੇ ਸੰਗੀ ਆਉਂਦੇ ਨੇ, ਉਹ ਇਹਨੂੰ ਬਹੁਤ ਕੁਝ ਕਹਿੰਦੇ ਨੇ, ਪਰ ਹੁਣ ਇਹ ਇੱਕੋ ਹੀ ਗੱਲ ਕਹਿੰਦੀ ਹੈ, ਜੀ ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ। ਜੀਵਨ ਬਦਲ ਗਿਆ, ਮਿਹਰ ਗੁਰਾਂ ਦੀ ਹੋਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ। ਮੇਰੇ ਤੇ ਮੇਰੇ ਗੁਰੂ ਦੀ, ਮਹਾਂਪੁਰਖ ਦੀ ਮਿਹਰ ਹੋ ਗਈ, ਕਿਰਪਾ ਹੋ ਗਈ। ਮੇਰਾ ਜੀਵਨ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਇਸ ਕਰਕੇ ਹੁਣ ਤੁਸੀਂ ਬਸ ਮੇਰਾ ਜੀਵਨ ਜਿੱਤੇ ਹੁਣ ਜਿਹੜਾ ਆਨੰਦ ਹੈ, ਇਹ ਤਾਂ ਆਨੰਦ ਕਦੇ ਮਿਲਿਆ ਹੀ ਨਹੀਂ ਸੀ, ਤਾਂ ਆਨੰਦ ਕਦੇ ਆਇਆ ਹੀ ਨਹੀਂ ਸੀ। ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਚਾਖੇ ਇਹ ਰਸ ਨਹੀਂ ਭਾਵਾ।
ਦੁਨੀਆ ਦੇ ਰਸਾਂ ਕਸਾਂ ਨੂੰ ਜਦ ਛੱਡ ਕੇ ਨਾਮ ਦਾ ਰਸ ਚਖਿਆ ਤਾਂ ਫੇਰ ਪਤਾ ਲੱਗਿਆ ਵੀ ਨਾਮ ਵਰਗਾ ਰਸ ਤਾਂ ਹੋਰ ਕਿਸੇ ਪਦਾਰਥ ਵਿੱਚ ਹੈ ਹੀ ਨਹੀਂ। ਨਾਮ ਦੇ ਰਸ ਵਰਗਾ ਆਨੰਦ ਤਾਂ ਹੋਰ ਕਿਤੇ ਵੀ ਨਹੀਂ ਹੈ। ਤੇ ਹੁਣ ਇਹ ਆਨੰਦ ਜਿਹੜਾ, ਇਸ ਆਨੰਦ ਨੂੰ ਮੈਂ ਛੱਡਣਾ ਨਹੀਂ ਚਾਹੁੰਦੀ ਹੁਣ। ਤੇ ਇਸ ਕਰਕੇ ਮੇਰਾ ਜੀਵਨ ਹੁਣ ਇਹੋ ਜਿਹਾ ਹੀ ਰਹਿਣਾ। ਨੇਮ ਬਣ ਗਿਆ ਜੀ ਪੱਕਾ, ਅੰਮ੍ਰਿਤ ਵੇਲੇ ਉੱਠਣਾ, ਵੱਡੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਪਿੰਜਰੇ ਅੱਗੇ ਬਹਿ ਜਾਣਾ, ਉਸ ਤੋਤੇ ਨੇ ਰਾਮ ਰਾਮ ਕਹਾਉਣਾ ਤੇ ਇਹਨੇ ਮਗਰ ਮਗਰ ਬੋਲਣਾ। ਇਸ ਤਰ੍ਹਾਂ ਨਿਰੰਤਰ ਚੱਲਦਾ ਰਿਹਾ। ਦਿਨ ਹਫ਼ਤਿਆਂ 'ਚ ਬਦਲ ਗਏ, ਹਫ਼ਤੇ ਮਹੀਨਿਆਂ 'ਚ ਬਦਲ ਗਏ, ਮਹੀਨੇ ਸਾਲਾਂ 'ਚ ਬਦਲ ਗਏ। 8 ਸਾਲ ਦਾ ਸਮਾਂ ਹੋ ਗਿਆ, ਬਿਰਤੀ ਐਨ ਪਰਪੱਕ ਹੋ ਗਈ। ਅੱਗੇ ਤਾਂ ਜਿੰਨਾ ਚਿਰ ਬੈਠਦੀ ਸੀ ਪਿੰਜਰੇ ਅੱਗੇ ਉਦੋਂ ਹੀ ਰਾਮ ਰਾਮ ਹੁੰਦਾ ਸੀ। ਹੁਣ ਤਾਂ ਤੁਰਿਆਂ ਫਿਰਦਿਆਂ, ਬਹਿੰਦਿਆਂ, ਉੱਠਦਿਆਂ, ਸੁੱਤਿਆਂ, ਜਾਗਦਿਆਂ ਹਰ ਵੇਲੇ ਸੁਰਤੀ ਵਿੱਚ ਰਾਮ ਰਾਮ ਹੀ ਚੱਲੀ ਜਾਂਦਾ। ਮਹਾਂਪੁਰਖ ਜਿਹੜਾ ਕਿਸੇ ਨੂੰ ਸਿਮਰਨ ਭਜਨ ਵਿੱਚ ਬੈਠਣਾ ਸਿਖਾਉਂਦੇ ਦੱਸਦੇ ਆ, ਉਹਦਾ ਭਾਵ ਇਹ ਹੀ ਹੈ ਵੀ ਕਿਸੇ ਤਰ੍ਹਾਂ ਨਾਮ ਸਾਡੀ ਬਿਰਤੀ ਵਿੱਚ ਵਸ ਜਾਵੇ, ਸਾਡੀ ਸੁਰਤੀ ਵਿੱਚ ਵਸ ਜਾਵੇ। ਜਿਹੜੇ ਆਪ ਜੀ ਅਭਿਆਸੀ ਜੀ ਜਿਹੜੇ ਹੈਗੇ ਆ, ਜਿਹੜੇ ਬਹੁਤ ਬਹੁਤ ਪਾਠ ਕਰਦੇ ਨੇ, ਜਪਜੀ ਸਾਹਿਬ ਦੇ, ਚੌਪਈ ਸਾਹਿਬ ਦੇ, ਸੁਖਮਨੀ ਸਾਹਿਬ ਦੇ, ਮੂਲ ਮੰਤਰ, ਗੁਰਮੰਤਰ ਦਾ ਅਭਿਆਸ ਕਰਦੇ ਆ, ਉਹ ਤਾਂ ਇਸ ਗੱਲ ਨੂੰ ਸੌਖਾ ਸਮਝ ਜਾਣਗੇ ਵੀ ਜੇ ਤੁਸੀਂ 2 ਘੰਟੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕੀਤਾ ਹੈ ਤਾਂ ਉਹ ਵਾਹਿਗੁਰੂ ਵਾਹਿਗੁਰੂ ਤੁਹਾਡੀ ਸੁਰਤ ਦੇ ਵਿੱਚ ਆਪਣੇ ਆਪ ਹੀ ਚੱਲੀ ਜਾਂਦਾ, ਉਹ ਅਸਰ ਰਹਿੰਦਾ ਹੈ ਤੇ ਇਹ ਅਸਰ ਪੈਂਦਾ ਹੈ। ਤਾਂ ਇਸੇ ਪ੍ਰਕਾਰ ਕਿਸੇ ਵੀ ਪਾਸੇ ਜਿੱਧਰ ਤੁਸੀਂ ਜ਼ਿਆਦਾ ਤਵੱਜੋ ਦਿੰਦੇ ਹੋ, ਜਿੱਧਰ ਤੁਸੀਂ ਜ਼ਿਆਦਾ ਧਿਆਨ ਦਿੰਦੇ ਹੋ, ਤੁਹਾਡੀ ਸੁਰਤ ਦੇ ਵਿੱਚ ਚੀਜ਼ ਵਸਣੀ ਸ਼ੁਰੂ ਹੋ ਜਾਂਦੀ ਹੈ। ਸੁਰਤ ਦੇ ਵਿੱਚ ਵਸਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੀ ਚੀਜ਼ ਸੁਰਤ ਵਿੱਚ ਵਸ ਜਾਵੇ ਉਹਨੂੰ ਸਹਿਜੇ ਕੀਤੇ ਨਹੀਂ ਅੰਦਰੋਂ ਕੱਢ ਹੁੰਦਾ। ਉਹ ਵਸ ਗਈ ਜਿਹੜੀ, ਉਹਨੂੰ ਫਿਰ ਲਾਉਣਾ ਔਖਾ ਹੈ ਅੰਦਰੋਂ। ਚਾਹੇ ਕਿਸੇ ਪਾਸੇ ਨੂੰ ਵੀ ਆਪਣੀ ਸੁਰਤ ਨੂੰ ਲਾ ਲਓ, ਮਾੜੇ ਪਾਸੇ ਨੂੰ ਲਾ ਲਓ, ਮਾੜੇ ਖਿਆਲ ਨਹੀਂ ਅੰਦਰੋਂ ਜਾਣੇ, ਸਹਿਜੇ ਕੀਤੇ ਬਾਰ-ਬਾਰ ਅੱਗੇ ਆਈ ਜਾਣੇ ਨੇ, ਬਾਰ-ਬਾਰ ਅੱਗੇ ਆਈ ਜਾਣੇ। ਇੱਦਾਂ ਹੀ ਨਾਮ ਹੈ ਤੇ ਤਾਂ ਹੀ ਮਹਾਰਾਜ ਕਹਿੰਦੇ ਨੇ ਹਰ ਰੋਜ਼ ਅਭਿਆਸ ਕਰੋ, ਹਰ ਰੋਜ਼ ਸਿਮਰਨ ਕਰੋ, ਤਾਂ ਕਿ ਜਿਹੜਾ ਨਾਮ ਹੈ ਇਹ ਤੁਹਾਡੀ ਸੁਰਤ ਵਿੱਚ ਵਸ ਜਾਵੇ ਤੇ ਜਦੋਂ ਤੁਹਾਡਾ ਅਖੀਰ ਵੇਲਾ ਆਵੇ ਤੇ ਫਿਰ ਤੁਹਾਡੀ ਰਸਨਾ ਦੇ ਉੱਤੇ ਨਾਮ ਹੀ ਹੋਵੇ। ਉਸ ਵੇਲੇ ਤੁਹਾਡੀ ਸੁਰਤ ਦੇ ਵਿੱਚ ਪੈਸਾ ਨਾ ਹੋਵੇ, ਉਸ ਵੇਲੇ ਤੁਹਾਡੀ ਸੁਰਤ ਦੇ ਵਿੱਚ ਸਾਧ ਸੰਗਤ ਜੀ ਤੁਹਾਡੇ ਘਰ ਮਕਾਨ ਕਾਰੋਬਾਰ ਸੰਸਾਰੀ ਰਿਸ਼ਤੇ ਨਾਤੇ ਇਹ ਨਾ ਹੋਵੇ ਕੁਛ ਵੀ। ਭਗਤ ਰੋਚਨ ਜੀ ਕਹਿੰਦੇ ਆ, ਕਹਿੰਦੇ ਅੰਤ ਵੇਲੇ ਜੇ ਤੁਹਾਡੀ ਸੁਰਤ ਦੇ ਵਿੱਚ ਪੈਸਾ ਹੋਇਆ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਅਖੀਰ ਵੇਲੇ ਜੇ ਤੁਹਾਡੀ ਸੁਰਤ ਪੈਸੇ ਵਿੱਚ ਹੋਈ ਤੇ ਭਗਤ ਜੀ ਕਹਿੰਦੇ ਸੱਪ ਦੀ ਜੂਨ ਮਿਲੇਗੀ, ਸੱਪ ਦੀ ਜੂਨ ਵਿੱਚ ਆਉਣਾ ਪਏਗਾ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਉਤਰੈ। ਅਖੀਰ ਵੇਲੇ ਘਰ ਘਰ ਘਰ, ਕੋਠੀ ਕੋਠੀ ਕੋਠੀ, ਬਸ ਐਂ ਹੀ ਦੇਖਦਾ ਚਲਿਆ ਗਿਆ, ਸੁਰਤੀ ਉੱਧਰ ਚਲ ਗਈ। ਕਹਿੰਦੇ ਪ੍ਰੇਤ ਬਣ ਕੇ ਉੱਥੇ ਤੁਰਿਆ ਫਿਰੇਗਾ, ਮੁਕਤੀ ਨਹੀਂ ਹੋਣੀ ਤੇਰੀ। ਇਸੇ ਹੀ ਪ੍ਰਕਾਰ ਹੋਰ ਵੀ ਸਾਰੇ ਬਚਨ ਲਿਖੇ ਨੇ। ਅੰਤ ਕਾਲ ਜੋ ਇਸਤਰੀ ਸਿਮਰੈ, ਅੰਤ ਕਾਲ ਜੋ ਜਿਹੜਾ ਵੀ ਪਤੀ ਪਤਨੀ ਨੂੰ ਜਾਂ ਪਤਨੀ ਪਤੀ ਨੂੰ ਯਾਦ ਕਰਦਾ ਚਲਿਆ ਜਾਏ, ਵੇਸਵਾ ਜੋਨ ਵੱਲ ਵੱਲ ਉਤਰੈ, ਵੇਸਵਾ ਦੀ ਜੂਨ ਮਿਲਦੀ। ਇਸੇ ਹੀ ਪ੍ਰਕਾਰ ਸਾਧ ਸੰਗਤ ਜੀ ਅੰਤ ਕਾਲ ਜੋ ਲੜਕਾ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਉਤਰੈ। ਔਲਾਦ ਦੇ ਵਿੱਚ ਮੋਹ ਪਿਆ ਹੋਇਆ, ਅਖੀਰ ਵੇਲਾ ਆਇਆ ਹੋਇਆ, ਮੇਰੇ ਪੁੱਤ ਨੂੰ ਮਿਲਾ ਦਿਓ, ਮੇਰੀ ਧੀ ਨੂੰ ਮਿਲਾ ਦਿਓ, ਮੇਰੇ ਫਲਾਣੇ ਨੂੰ ਮਿਲਾ ਦਿਓ। ਕਹਿੰਦੇ ਅਗਲਾ ਜਨਮ ਤੇਰਾ ਸੂਰ ਦਾ ਹੋਣਾ, 12-12 ਬੱਚੇ ਹੁੰਦੇ ਨੇ, ਰੱਜ ਲਈ ਬੱਚਿਆਂ ਦੇ ਨਾਲ। ਸੂਰ ਦਾ ਜਨਮ, ਸੂਰੀ ਦਾ ਜਨਮ ਹੋਣਾ ਅਗਲਾ, ਸੂਕਰ ਜੋਨ ਵੱਲ ਵੱਲ। ਪਰ ਜੇ ਅਖੀਰ ਵੇਲੇ ਕਿਤੇ ਪਰਮਾਤਮਾ ਯਾਦ ਹੈ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਕਹਿੰਦੇ ਬਦਤ ਤਰਲੋਚਨ ਤੇ ਨਰ ਮੁਕਤਾ, ਕਹਿੰਦੇ ਉਹ ਮੁਕਤ ਹੋ ਜਾਏਗਾ। ਪੀਤੰਬਰ ਵਾਕੇ ਹਿਰਦੈ ਵਸੈ, ਉਹਦੇ ਹਿਰਦੇ ਵਿੱਚ ਭਗਵਾਨ ਵਸ ਜਾਏਗਾ ਜਿਹੜਾ ਅਖੀਰ ਵੇਲੇ ਨਾਮ ਜਪੇਗਾ, ਅਖੀਰ ਵੇਲੇ ਸਿਮਰਨ ਕਰੇਗਾ। ਤੋ ਸੁਰਤ ਦੇ ਵਿੱਚ ਨਾਮ ਵਸਾਉਣ ਕਰਕੇ ਹੀ ਮਹਾਂਪੁਰਖ ਬਾਰ-ਬਾਰ ਜਪਣ ਲਈ ਕਹਿੰਦੇ ਨੇ, ਮਹਾਂਪੁਰਖ ਬਾਰ-ਬਾਰ ਅਭਿਆਸ ਕਰਾਉਂਦੇ ਨੇ ਵੀ ਤੁਹਾਡੀ ਸੁਰਤ ਦੇ ਵਿੱਚ ਨਾਮ ਵਸ ਜਾਵੇ। ਸੁਰਤ ਦੇ ਵਿੱਚ ਵਸਾਉਣ ਵਾਸਤੇ ਕਹਿੰਦੇ ਨੇ। ਹੁਣ ਇਹ ਚੰਦਰਮਣੀ ਸੀ ਜਿਹੜੀ, ਇਹ ਰੋਜ਼ ਅਭਿਆਸ ਵਚਨ ਮੰਨ ਲਿਆ ਨਾ ਜੀ ਮਹਾਂਪੁਰਖਾਂ ਦਾ। ਆਪਾਂ ਸੁਣਦੇ ਤਾਂ ਹੈਗੇ ਆ ਪਰ ਆਪਾਂ ਮੰਨਦੇ ਨਹੀਂ ਹੈ।
ਸਾਰੀ ਜ਼ਿੰਦਗੀ ਸੁਣਦਿਆਂ ਦੀ ਲੰਘ ਜਾਂਦੀ, ਪਤਾ ਨਹੀਂ ਕਿੰਨੇ ਕੁ ਸਤਸੰਗ ਸੁਣੇ ਨੇ, ਪਤਾ ਨਹੀਂ ਕਿੰਨੇ ਕੁ ਵਾਰੀ ਗੁਰਦੁਆਰੇ ਗਏ ਆ, ਕਿੰਨੇ ਕੁ ਵਾਰੀ, ਪਰ ਗੱਲ ਅੰਦਰ ਨਹੀਂ ਵੱਸਦੀ। ਐਸ ਕੰਨੋਂ ਸੁਣਿਆ, ਐਸ ਕੰਨੋਂ ਕੱਢ ਦਿੱਤਾ। ਉਹ ਸੰਤ ਜੀ ਮਹਾਰਾਜ ਕਹਿੰਦੇ ਹੁੰਦੇ ਆ, ਕਹਿੰਦੇ ਦੋ ਕੰਨ ਅਖੇ ਇਸੇ ਕਰਕੇ ਲੱਗੇ ਹੋਏ ਨੇ, ਦੋ ਕੰਨ ਇਸੇ ਕਰਕੇ ਲਾਏ ਹੋਏ ਨੇ। ਕਈ ਕਹਿੰਦੇ ਨੇ, ਕਹਿੰਦੇ ਵੀ ਇੱਕ ਕੰਨੋਂ ਸੁਣ ਲੈਣਾ, ਦੂਜੇ ਕੰਨੋਂ ਕੱਢ ਦੇਣਾ। ਨਹੀਂ ਨਹੀਂ ਗੁਰਮੁਖੋ, ਇਹ ਤਾਂ ਅੰਦਰ ਵਸਾਉਣਾ ਪੈਣਾ, ਤਾਂ ਗੱਲ ਬਣੂਗੀ, ਉੱਦਾਂ ਨਹੀਂ ਭਲਾ ਹੋਣਾ, ਤਾਂ ਉੱਦਾਂ ਨਹੀਂ ਭਲਾ ਹੋਣਾ। ਭਲਾ ਹੋਊਗਾ ਤਾਂ ਜੇ ਅੰਦਰ ਨਾਮ ਵਸ ਜਾਏਗਾ। ਮਹਾਰਾਜ ਨੇ ਚੌਪਈ ਸਾਹਿਬ ਦੇ ਵਿੱਚ ਬੇਨਤੀ ਕਰਨੀ ਸਿਖਾਈ ਹੈ, ਬੇਨਤੀ ਕਰਨੀ ਸਿਖਾਈ। ਮਹਾਰਾਜ ਕਹਿੰਦੇ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਹਾਂ, ਸਾਡਾ ਮਨ ਮਾਰਾ ਤੁਹਾਡੇ ਚਰਨਾਂ 'ਚ ਜੁੜਿਆ ਰਹੇ, ਸੰਸਾਰ ਦੇ ਵਿੱਚ ਰਹਿੰਦੇ ਆ ਨਿਰੰਕਾਰ ਦੇ ਨਾਲ ਜੁੜਿਆ ਰਹੇ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਵਾਰਾ। ਜੀ ਲੱਗਾ ਰਹੇ ਗੁਰ ਚਰਨਾਂ ਦੇ ਨਾਲ, ਮੇਰਾ ਮਨ ਲੱਗਾ ਰਹੇ, ਲੱਗਾ ਰਹੇ ਗੁਰ ਚਰਨਾਂ ਦੇ ਨਾਲ, ਮੇਰਾ ਮਨ ਲੱਗਾ ਰਹੇ, ਲੱਗਾ ਰਹੇ ਗੁਰ ਚਰਨਾਂ ਦੇ ਨਾਲ, ਮੇਰਾ ਮਨ ਲੱਗਾ ਰਹੇ, ਲੱਗਾ ਰਹੇ ਗੁਰ ਚਰਨਾਂ ਦੇ ਨਾਲ, ਮੇਰਾ ਮਨ ਲੱਗਾ ਰਹੇ, ਲੱਗਾ ਰਹੇ ਗੁਰ ਚਰਨਾਂ ਦੇ ਨਾਲ, ਮੇਰਾ ਮਨ ਲੱਗਾ ਰਹੇ, ਲੱਗਾ ਰਹੇ ਗੁਰ ਚਰਨਾਂ ਦੇ ਨਾਲ, ਮੇਰਾ ਮਨ ਲੱਗਾ ਰਹੇ। ਅਸੀਂ ਅਰਦਾਸ ਕਰਨੀ, ਮਹਾਰਾਜ ਤੁਹਾਡੇ ਚਰਨਾਂ ਕਮਲਾਂ ਦੇ ਨਾਲ ਸਾਡੀ ਪ੍ਰੀਤ ਜੁੜੀ ਰਹੇ। ਹੁਣ ਮਹਾਂਪੁਰਖਾਂ ਦਾ ਬਚਨ ਮੰਨ ਕੇ ਨਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਧਰੀਐ। ਬਚਨ ਦੀ ਕਮਾਈ ਕਰਨੀ। ਹੁਣ ਉਹ ਬਚਨ ਕਮਾਇਆ ਬੀਬੀ ਚੰਦਰਮਣੀ ਨੇ ਮਹਾਂਪੁਰਖਾਂ ਦੇ ਬਚਨਾਂ ਤੇ ਚੱਲਦੀ ਹੋਈ। 8 ਸਾਲ ਬੀਤ ਗਏ, ਬਰਸਾਤਾਂ ਦਾ ਮੌਸਮ ਸੀ। ਰਾਤ ਦੇ ਸਮੇਂ ਉਸ ਤੋਤੇ ਨੂੰ ਜੋ ਵੀ ਖੁਰਾਕ ਉਹਦੀ ਖਿਲਾ ਕੇ ਤੇ ਉਹ ਬੀਬੀ ਨੇ ਥੋੜਾ ਚਿਰ ਜਿਹੜਾ ਆਰਾਮ ਕਰਦੀ ਸੀ ਕੀਤਾ। ਵੱਡੇ ਤੜਕੇ ਉੱਠੀ, ਕੁੱਪ ਹਨੇਰਾ ਹੈ, ਨੇਮ ਅਨੁਸਾਰ ਸ਼ੌਚ ਕਿਰਿਆ ਇਸ਼ਨਾਨ, ਤੇ ਉਸ ਪਿੰਜਰੇ ਦੇ ਅੱਗੇ ਆਣ ਕੇ ਬੈਠ ਗਈ। ਹੁਣ ਰਾਤ ਦੇ ਸਮੇਂ ਖੇਡ ਕੀ ਵਰਤੀ ਸੀ ਵੀ ਪਿੰਜਰੇ ਦੀ ਬਾਰੀ ਖੁੱਲੀ ਰਹਿ ਗਈ ਸੀ ਤੇ ਉਹ ਬਰਸਾਤਾਂ ਦਾ ਮੌਸਮ ਸੀ। ਇੱਕ ਬੜਾ ਜ਼ਹਿਰੀਲਾ ਸੱਪ ਘਰ ਦੇ ਅੰਦਰ ਦਾਖਲ ਹੋ ਗਿਆ, ਪਿੰਜਰੇ ਦੇ ਵਿੱਚ ਚਲਿਆ ਗਿਆ, ਉਹਨੇ ਤੋਤੇ ਨੂੰ ਖਾ ਲਿਆ ਤੇ ਆਪ ਪਿੰਜਰੇ ਵਿੱਚ ਬੈਠਾ ਹੈ। ਹੁਣ ਘੁੱਪ ਹਨੇਰਾ ਹੈ, ਉਸ ਬੀਬੀ ਨੂੰ ਚੰਦਰਮਣੀ ਨੂੰ ਨਹੀਂ ਪਤਾ। ਉਹ ਪਿੰਜਰੇ ਦੇ ਮੂਹਰੇ ਬੈਠੀ ਹੈ ਤੇ ਕਹੀ ਜਾਂਦੀ, ਬੋਲ ਭਾਈ ਰਾਮ ਰਾਮ। ਉਹ ਨਹੀਂ ਬੋਲਦਾ। ਫਿਰ ਕਹਿੰਦੀ, ਬੋਲ ਭਾਈ ਰਾਮ ਰਾਮ। ਫਿਰ ਨਹੀਂ ਆਵਾਜ਼ ਆਉਂਦੀ। ਤੇ ਸਾਧ ਸੰਗਤ ਜੀ ਜਦੋਂ ਫਿਰ ਪਿੰਜਰਾ ਖੜਕਾਉਂਦੀ ਹੈ, ਫਿਰ ਕਹਿੰਦੀ, ਬੋਲ ਭਾਈ ਰਾਮ ਰਾਮ। ਨਹੀਂ ਆਵਾਜ਼ ਆਉਂਦੀ। ਫਿਰ ਬਾਰੀ ਦੇ ਰਾਹੀਂ ਅੰਦਰ ਹੱਥ ਪਾ ਕੇ ਉਹਨੂੰ ਉਠਾਲਣ ਦੀ ਕੋਸ਼ਿਸ਼ ਵਾਸਤੇ ਅੰਦਰ ਨੂੰ ਹੱਥ ਕਰਦੀ ਨਾ, ਜਦ ਅੰਦਰ ਨੂੰ ਹੱਥ ਕਰਦੀ, ਇੱਕਦਮ ਸੱਪ ਨੇ ਡੰਗ ਮਾਰਿਆ। ਬਹੁਤ ਜ਼ਹਿਰੀਲਾ ਸੱਪ ਸੀ ਤੇ ਉਹਦੇ ਜਦ ਡੰਗ ਮਾਰਿਆ ਤੇ ਇੱਕਦਮ ਜ਼ਹਿਰ ਨੇ ਅਸਰ ਕੀਤਾ। ਮੁਖ ਤੋਂ ਵਚਨ ਵਾਰ-ਵਾਰ ਉਹੀ ਨਿਕਲ ਜਾਂਦਾ, ਬੋਲ ਭਾਈ ਰਾਮ ਰਾਮ, ਰਾਮ ਰਾਮ, ਰਾਮ ਰਾਮ, ਰਾਮ ਰਾਮ ਇਹ ਹੋਈ ਜਾਂਦਾ ਹੈ। ਇੱਕਦਮ ਜ਼ਹਿਰ ਨੇ ਅਸਰ ਕਰ ਦਿੱਤਾ ਤੇ ਚੰਦਰਮਣੀ ਦੀ ਮੌਤ ਹੋ ਗਈ। ਮੌਤ ਹੋ ਗਈ। ਹੁਣ ਇਹ ਸਾਰੀ ਘਟਨਾ ਜਿਹੜੀ ਹੈ ਭਾਈ ਗੁਰਦਾਸ ਜੀ ਨੇ ਲਿਖੀ ਹੈ। ਕਹਿੰਦੇ, ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ। ਕਹਿੰਦੇ ਪਾਪਣ ਵੇਸਵਾ ਚੰਦਰਮਣੀ ਇੰਨੇ ਵਿਕਾਰ ਭੋਗੇ ਸੀ, ਇੰਨੇ ਪਾਪ ਕੀਤੇ ਸੀ, ਮਾਨੋ ਆਪਣੇ ਗਲੇ ਵਿੱਚ ਹਾਰ ਪਾਇਆ ਹੋਇਆ ਸੀ ਪਾਪਾਂ ਦਾ ਉਹਨੇ। ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ। ਇੱਕ ਮਹਾਂਪੁਰਖ ਸੁਤੇ ਸਿੱਧ ਗਨਕਾ ਦੇ ਵਿਹੜੇ ਵਿੱਚ ਆਣ ਖਲੋਤੇ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੋਨ ਤੋਤਾ। ਕਹਿੰਦੇ ਮਹਾਂਪੁਰਖਾਂ ਨੂੰ ਤਰਸ ਆ ਗਿਆ ਉਹਦੇ ਮਾੜੇ ਕਰਮ ਵੇਖ ਕੇ। ਉਹਨੂੰ ਗੁੱਸੇ ਨਹੀਂ ਹੋਏ, ਗੁੱਸੇ ਹੋਣ ਦੀ ਥਾਂ ਉਹਨੂੰ ਜਿਹੜਾ ਤੋਤਾ ਰੱਖਿਆ ਹੋਇਆ ਸੀ ਉਹ ਦੇ ਦਿੱਤਾ। ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸੌਤਾ। ਔਰ ਉਪਦੇਸ਼ ਦਿੱਤਾ ਬਈ ਆਹ ਵਣਜ ਕਰ ਲਈ ਨਾਮ ਦਾ, ਤੇਰੇ ਜੀਵਨ ਦੀ ਬਾਜੀ ਦੇ ਵਿੱਚ ਤੂੰ ਲਾਹਾ ਖੱਟ ਦੇਂਗੇ। ਲਿਵ ਲਾਗੀ ਤਿਸ ਤੋਤਿਓਂ,
ਨਿਤ ਪੜ੍ਹਾਏ ਕਰੇ ਅਸੋਤਾ। ਹੁਣ ਉਸ ਤੋਤੇ ਨੂੰ ਪੜ੍ਹਾਉਂਦੀ ਹੋਈ, ਤੋਤੇ ਕੋਲੋਂ ਪੜ੍ਹਦੀ ਹੋਈ ਰਾਮ ਨਾਮ ਦੇ ਨਾਲ ਉਹਦੀ ਲਿਵ ਲੱਗ ਗਈ, ਪਰਮਾਤਮਾ ਦੇ ਨਾਲ ਲਿਵ ਲੱਗ ਗਈ। ਤੇ ਪਰਮਾਤਮਾ ਦੇ ਨਾਮ ਦੀ ਐਸੀ ਬਖਸ਼ਿਸ਼ ਪਤਿਤ ਉਦਾਹਰਣ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਪਾਪਾਂ ਨੂੰ ਖਤਮ ਕਰ ਦੇਣ ਵਾਲਾ ਹੈ, ਪਤਤਾਂ ਦਾ ਉਧਾਰ ਕਰ ਦੇਣ ਵਾਲਾ ਹੈ। ਅੰਤ ਕਾਲ ਜਮ ਜਾਲ ਤੋੜ, ਨਰਕੈ ਵਿੱਚ ਨਾ ਖਾਧੋਸ ਗੋਤਾ। ਅਖੀਰ ਵੇਲੇ ਉਹਨੂੰ ਨਰਕਾਂ ਦੇ ਵਿੱਚ ਨਹੀਂ ਡਿੱਗਣਾ ਪਿਆ, ਨਰਕਾਂ ਦੇ ਵਿੱਚ ਨਹੀਂ ਜਾਣਾ ਪਿਆ। ਤੇ ਹੁਣ ਹੋਇਆ ਕਿ ਗਈ ਬੈਕੁੰਠ ਬਿਬਾਨ ਚੜ। ਬਿਬਾਨ ਆਇਆ ਬੈਕੁੰਠ ਦੇ ਵਿੱਚੋਂ, ਫੁੱਲਾਂ ਦੀ ਵਰਖਾ ਹੋਈ। ਬੀਬੀ ਚੰਦਰਮਣੀ ਦੀ ਰੂਹ ਨੂੰ ਉਸ ਬਿਵਾਨ ਦੇ ਵਿੱਚ ਸਤਿਕਾਰ ਦੇ ਨਾਲ ਬਿਠਾ ਲਿਆ, ਸਤਿਕਾਰ ਦੇ ਨਾਲ ਉਸ ਬਿਵਾਨ ਵਿੱਚ ਬਿਠਾਲ ਕੇ ਤਾਂ ਫੇਰ ਉਹਨੂੰ ਬੈਕੁੰਠ ਨੂੰ ਲੈ ਗਏ। ਜੀ ਗਨਕਾ ਚੱਲੀਏ ਬਿਵਾਣਾ ਵਿੱਚ ਬੈਠ ਕੇ, ਪਾਪਾਂ ਦਾ ਪਹਾੜ ਟਹਿ ਗਿਆ। ਚੱਲੀਏ ਬਿਵਾਣਾ ਵਿੱਚ, ਪਾਪਾਂ ਦਾ ਪਹਾੜ ਟਹਿ ਗਿਆ। ਬਿਵਾਣਾ ਵਿੱਚ ਬੈਠ ਕੇ, ਪਾਪਾਂ ਦਾ ਪਹਾੜ ਟਹਿ ਗਿਆ। ਗਨਕਾ ਚੱਲੀਏ ਬਿਵਾਣਾ ਵਿੱਚ ਬੈਠ ਕੇ, ਪਾਪਾਂ ਦਾ ਪਹਾੜ ਟਹਿ ਗਿਆ। ਚੱਲੀਏ ਬਿਵਾਣਾ ਵਿੱਚ ਬੈਠ ਕੇ, ਪਾਪਾਂ ਦਾ ਪਹਾੜ ਟਹਿ ਗਿਆ। ਗਨਕਾ ਚੱਲੀਏ ਬਿਵਾਣਾ ਵਿੱਚ ਬੈਠ ਕੇ, ਪਾਪਾਂ ਦਾ ਪਹਾੜ ਟਹਿ ਗਿਆ। ਪਾਪਾਂ ਦਾ ਮਾਨੋ ਪਹਾੜ ਢਹਿ ਗਿਆ। ਤੇ ਗਨਕਾ ਜਿਹੜੀ ਹੈ ਬਿਵਾਣਾ ਵਿੱਚ ਬੈਠ ਕੇ ਤੇ ਬੈਕੁੰਠ ਨੂੰ ਗਈ ਹੈ। ਗਈ ਬੈਕੁੰਠ ਬਿਵਾਨ ਚੜ, ਨਾਉ ਨਾਰਾਇਣ ਛੋਤ ਅਛੋਤਾ। ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹਨੇ ਉਹਦੇ ਪਾਪਾਂ ਨੂੰ ਕੱਟ ਦਿੱਤਾ। ਥਾਉ ਨਥਾਵੇਂ ਮਾਣ ਮਨੋਤਾ, ਕਿਉਂਕਿ ਪਰਮਾਤਮਾ ਦਾ ਨਾਮ ਨਥਾਵਿਆਂ ਨੂੰ ਥਾਂ ਦੇਣ ਵਾਲਾ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਤੇ ਉਹ ਜਿਹੜੀ ਫਿਰ ਗਨਕਾ ਹੈ ਉਹਦਾ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਮਾਣ ਹੋਇਆ, ਸਤਿਕਾਰ ਹੋਇਆ, ਫੁੱਲਾਂ ਦੀ ਵਰਖਾ ਹੋਈ ਉਹਦੇ ਤੇ। ਤੋ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਸਾਧ ਸੰਗਤ ਜੀ, ਇਹਦੇ ਕਰਕੇ ਉਹਦੀ ਦਰਗਾਹ ਦੇ ਵਿੱਚ ਅਖੀਰ ਨੂੰ ਮਾਣ ਮਿਲਦਾ ਹੈ। ਨਾਮ ਤੋਂ ਬਿਨਾਂ ਜੇ ਕੋਈ ਕਹੇ ਵੀ ਉੱਥੇ ਕਿਸੇ ਪੈਸੇ ਵਾਲੇ ਨੂੰ ਜਾਂ ਕਿਸੇ ਬਹੁਤੀਆਂ ਜ਼ਮੀਨਾਂ ਵਾਲੇ ਨੂੰ, ਜਗੀਰਾਂ ਵਾਲੇ ਨੂੰ, ਕਿਸੇ ਉੱਚੇ ਅਹੁਦੇ ਵਾਲੇ ਨੂੰ ਉੱਥੇ ਸਤਿਕਾਰ ਮਿਲਦਾ ਹੈ, ਉੱਥੇ ਕੁਰਸੀ ਢਾਹ ਕੇ ਦਿੱਤੀ ਜਾਂਦੀ ਹੈ? ਨਾ 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 ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਦੁਨੀਆਦਾਰ ਜਿਹੜੇ ਹੈ, ਵੱਡਾ ਹੋਆ ਦੁਨੀਆਦਾਰ ਗਲ ਸੰਗਲ ਘੱਤ ਚਲਾਇਆ। ਆ ਪੜਿਓ ਪੰਕਤੀ ਫਿਰ ਸਮਾਪਤੀ ਕਰੀਏ। ਜੀ ਵੱਡਾ ਹੋਆ ਦੁਨੀਆਦਾਰ ਗਲ ਸੰਗਲ ਘੱਤ ਚਲਾਇਆ, ਕਹਿ ਕਰਨੀ ਕੀਰਤ ਵਾਜੀਐ। ਅੱਗੇ ਕਰਨੀ ਕੀਰਤ ਵਾਜੀਐ, ਮੈਂ ਲਿਖਾ ਕਰ ਸਮਝਾਇਆ। ਆਓ ਨਾ ਹੋਵੀ ਪਾਉਂਦੀ, ਆਓ ਨਾ ਹੋਵੀ ਪਾਉਂਦੀ। ਹੁਣ ਸੁਣੀਏ ਪਿਆਰ ਆਇਆ, ਨਿੰਦੇ ਜਨ ਗਵਾਇਆ। ਇਹ ਜਿਹੜਾ ਖੋਟਾ ਮਨ ਹੈ ਇਹ ਆਪਣੇ ਜੀਵਨ ਨੂੰ ਐਵੇਂ ਗਵਾ ਲੈਂਦਾ ਹੈ, ਵਿਕਾਰਾਂ ਦੇ ਪਿੱਛੇ ਲੱਗ ਕੇ, ਮਾੜੀ ਸੰਗਤ ਦੇ ਪਿੱਛੇ ਲੱਗ ਕੇ। ਇਸ ਕਰਕੇ ਜੇ ਜੀਵਨ ਦੀ ਬਾਜੀ ਜਿੱਤਣੀ ਹੈ, ਜੇ ਜੀਵਨ ਦਾ ਲਾਹਾ ਲੈਣਾ ਹੈ, ਫਿਰ ਚੰਗੀ ਸੰਗਤ ਕਰਨੀ ਚਾਹੀਦੀ ਹੈ। ਆਓ ਅੱਜ ਇਸ ਬੀਬੀ ਚੰਦਰਮਣੀ ਦਾ ਪ੍ਰਸੰਗ ਜਿਹੜਾ ਹੈ, ਸਾਖੀ ਜਿਹੜੀ ਹੈ ਆਪ ਜੀ ਨੇ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ ਜੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਆਪਾਂ ਜੁੜੇ ਰਹੀਏ। ਹੁਣ ਕੱਲ੍ਹ ਨੂੰ ਜੋ ਅੰਮ੍ਰਿਤ ਵੇਲੇ ਸਵੇਰੇ
5 ਤੋਂ 6 1 ਘੰਟਾ ਨਾਮ ਸਿਮਰਨ ਜਿਹੜਾ ਹੋਣਾ ਉਹ ਆਪ ਜੀ ਨੇ ਸਾਰਿਆਂ ਨੇ ਜੁੜਨਾ ਹੈ। ਅੰਮ੍ਰਿਤ ਵੇਲੇ ਦਾ ਜਿਹੜਾ ਸੁਭਾਗ ਸਮਾਂ ਲਾਹਾ ਲੈਣਾ 1 ਘੰਟਾ ਕਿਰਪਾ ਕਰਕੇ ਸਾਰਿਆਂ ਨੇ ਸਿਮਰਨ ਦੇ ਵਿੱਚ ਜ਼ਰੂਰ ਜੁੜਨਾ ਕਰਨਾ। ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।